ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮੋਰਚਾ ਗੁਰੂ ਕਾ ਬਾਗ ਅਤੇ ਸਾਕਾ ਪੰਜਾ ਸਾਹਿਬ ਦੇ 100 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਦੀਵਾਨ ਅੰਦਰ ਹਾਜ਼ਰੀ ਭਰ ਰਹੀ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਰਹਿਮਤ ਬਖਸ਼ਿਸ਼ ਸਾਡੇ ਸਾਰਿਆਂ 'ਤੇ ਵਰਤਾਈ ਹੈ, ਜੋ ਆਪਣੇ ਪਾਵਨ ਚਰਨਾਂ ਅੰਦਰ ਜੁੜ ਬੈਠਣ ਦਾ ਇਹ ਸੁਭਾਗੜਾ ਸਮਾਂ ਸਾਨੂੰ ਬਖਸ਼ਿਆ ਹੈ। ਮੇਰੀ ਕੌਮ ਦੇ ਵਿਦਵਾਨ ਕਵੀਸ਼ਰ ਭਾਈ ਸੁੱਚਾ ਸਿੰਘ ਜੀ ਡੇਰਾ ਪਠਾਣਾ, ਤਿਨਾਂ ਦੇ ਜਥੇ ਪਾਸੋਂ ਆਪ ਜੀ ਨੇ ਗੁਰਦੁਆਰਾ ਪੰਜਾ ਸਾਹਿਬ ਦੇ ਸਾਕੇ ਦੀ ਦਾਸਤਾਨ ਨੂੰ ਸ਼ਰਵਣ ਕੀਤਾ ਹੈ। ਇਹ ਸਾਕਾ ਜਿਸ ਮੋਰਚੇ ਦੇ ਵਿੱਚੋਂ ਨਿਕਲਿਆ, ਜਾਂ ਕਹਿ ਲਓ ਕਿ ਇਹ ਦਾਸਤਾਨ ਜਿਸ ਇਤਿਹਾਸ ਦੀ ਗਾਥਾ ਦੇ ਵਿੱਚੋਂ ਨਿਕਲਦੀ ਹੈ, ਉਹ ਹੈ ਮੋਰਚਾ ਗੁਰੂ ਕਾ ਬਾਗ, ਜਿਸ ਦਾ 100 ਸਾਲਾ ਸਾਡੇ ਗਵਾਂਢ ਪਿੰਡ ਘੁੱਕੇਵਾਲੀ ਵਿਖੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਵਿਖੇ ਕੱਲ੍ਹ, ਪਰਸੋਂ ਅਤੇ ਚੌਥ 3 ਦਿਨ ਦੀਵਾਨਾਂ ਦੇ ਅੰਦਰ ਮਨਾਇਆ ਜਾ ਰਿਹਾ ਹੈ। ਆਓ ਜਿਤਨਾ ਕੁ ਸਮਾਂ ਹੈ ਉਸ ਸਮੇਂ ਦੇ ਪਾਬੰਦ ਰਹਿੰਦਿਆਂ ਸੰਖੇਪ ਰੂਪ ਦੇ ਵਿੱਚ ਮੋਰਚਾ ਗੁਰੂ ਕੇ ਬਾਗ ਦੇ ਇਤਿਹਾਸ ਦੀ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਸੰਗਤ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੇ ਜੀਵਨ ਦਾ ਬੜਾ ਹੀ ਅਹਿਮ ਅੰਗ ਹੈ ਗੁਰਦੁਆਰਾ। ਸਿੱਖੀ ਜੀਵਨ ਦੀ ਆਤਮਾ ਗੁਰਦੁਆਰਾ ਹੈ। ਸਿੱਖ ਦੇ ਜੀਵਨ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਗਤੀਵਿਧੀਆਂ ਦਾ ਕੇਂਦਰੀ ਧੁਰਾ ਗੁਰਦੁਆਰਾ ਹੈ। ਸਾਧ ਸੰਗਤ, ਇਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਜਿਹੜੇ ਪੁਰਖਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਅਰਦਾਸ ਦੇ ਅੰਦਰ ਯਾਦ ਕਰਦੇ ਹਾਂ, ਅੱਜ ਉਹਨਾਂ ਦੀ ਗਾਥਾ ਸੁਣਨ ਵਾਸਤੇ, ਅੱਜ ਉਹਨਾਂ ਦੀ ਯਾਦ ਦੇ ਅੰਦਰ ਅਸੀਂ ਸਾਰੇ ਜੁੜੇ ਹਾਂ। ਮੋਰਚਾ ਗੁਰੂ ਕਾ ਬਾਗ ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਉਹ ਅੰਗ ਹੈ। ਇਹ ਇਤਿਹਾਸ ਦੀ ਉਹ ਗਾਥਾ ਆ ਜਿਹਦੀ ਸੱਚਮੁੱਚ ਹੀ ਦੁਨੀਆ ਦੇ ਇਤਿਹਾਸ ਦੇ ਅੰਦਰ ਹੋਰ ਕੋਈ ਮਿਸਾਲ ਨਹੀਂ ਮਿਲਦੀ। ਸਿੱਖ ਕੌਮ ਨੂੰ ਅਕਸਰ ਜਦੋਂ ਵੀ ਦੇਖਿਆ ਜਾਂਦਾ ਹੈ, ਸ਼ਸਤਰਧਾਰੀ ਦੇ ਰੂਪ ਦੇ ਵਿੱਚ ਜੰਗ ਦੇ ਮੈਦਾਨ ਦੇ ਅੰਦਰ ਖੰਡਾ ਖੜਕਾਉਂਦਿਆਂ, ਬਹਾਦਰੀ ਦੇ ਨਾਲ ਸ਼ਸਤਰਾਂ ਦੇ ਰਾਹੀਂ ਦੁਸ਼ਮਣਾਂ ਦੇ ਆਹੂ ਲਾਉਂਦਿਆਂ
ਜ਼ਬਰ ਦਾ ਮੁਕਾਬਲਾ ਸ਼ਸਤਰਾਂ ਦੇ ਨਾਲ ਕਰਦੇ ਵੇਖਿਆ ਜਾਂਦਾ ਆ। ਪਰ ਗੁਰੂ ਕੇ ਬਾਗ ਦੇ ਮੋਰਚੇ ਨੇ ਇਹ ਦੁਨੀਆ ਨੂੰ ਦਿਖਾ ਦਿੱਤਾ ਕਿ ਜੇ ਸਿੱਖ ਆਪਣੇ ਅੰਦਰ ਸਬਰ ਲੈ ਕੇ ਵੀ ਤੁਰ ਪਵੇ ਤਾਂ ਸਿੱਖ ਆਪਣੇ ਸਬਰ ਦੇ ਨਾਲ ਵੀ ਜ਼ਬਰ ਦਾ ਮੁਕਾਬਲਾ ਕਰ ਸਕਦਾ ਹੈ। ਤੇ ਜਿਹੜਾ ਗੁਰੂ ਕੇ ਬਾਗ ਦੇ ਮੋਰਚੇ ਦੇ ਅੰਦਰ ਸਾਡੇ ਪੁਰਖਿਆਂ ਨੇ ਕੀਤਾ, ਜਿਹਦੀ ਸੱਚਮੁੱਚ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਸਾਧ ਸੰਗਤ, ਇਹ ਮੋਰਚੇ ਕਿਉਂ ਲਗਾਉਣੇ ਪਏ, ਗੁਰਦੁਆਰਿਆਂ ਦੇ ਅੰਦਰ ਕੀ ਨਿਗਾਰ ਆਇਆ, ਇਹ ਬੜੀ ਲੰਮੀ ਚੌੜੀ ਵਿਚਾਰ ਦਾ ਵਿਸ਼ਾ ਆ। ਮੈਂ ਇਸ ਪਾਸੇ ਵੱਲ ਨਹੀਂ ਜਾਣਾ ਕਿਉਂਕਿ ਕਾਫੀ ਸਮਾਂ ਚਾਹੀਦਾ ਇਸ ਵਾਸਤੇ। ਸੰਖੇਪ ਰੂਪ ਦੇ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਇਤਿਹਾਸ ਸੰਬੰਧੀ ਬੇਨਤੀ ਹੈ। ਦੋ ਗੁਰਦੁਆਰਾ ਸਾਹਿਬ ਨੇ ਇੱਥੇ। ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਨੇ ਇੱਥੇ ਚਰਨ ਪਾਏ ਸਨ। ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਰਹਿੰਦੇ ਸਨ ਤਾਂ ਇਸ ਨਗਰ ਦੇ ਵਿੱਚ ਪਹੁੰਚੇ। ਇਹ ਥਾਂ ਉਦੋਂ ਵੀਰਾਨ ਸੀ। ਇਹ ਉਪਜਾਊ ਜ਼ਮੀਨ ਨਹੀਂ ਸੀ, ਇਹਨੂੰ ਰੋੜਾਂ ਵਾਲੀ ਜ਼ਮੀਨ ਕਿਹਾ ਜਾਂਦਾ ਸੀ। ਜਦੋਂ ਗੁਰੂ ਪਾਤਸ਼ਾਹ ਨੇ ਇੱਥੇ ਚਰਨ ਪਾਏ, ਇਹਨੂੰ ਕਿਹਾ ਜਾਣ ਲੱਗ ਪਿਆ ਗੁਰੂ ਕੀ ਰੋੜ। ਬਾਅਦ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਗੁਰੂ ਦੇ ਰੂਪ ਵਿੱਚ ਪ੍ਰਗਟ ਹੋਣ ਉਪਰੰਤ ਬਾਬੇ ਬਕਾਲੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਗਏ। ਪੁਜਾਰੀਆਂ ਨੇ ਸੱਚਖੰਡ ਦੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੁਝ ਸਮਾਂ ਥੜਾ ਸਾਹਿਬ ਵਾਲੇ ਅਸਥਾਨ 'ਤੇ ਬੈਠ ਕੇ ਉਸ ਤੋਂ ਬਾਅਦ ਵਿੱਚ ਨਗਰ ਵੱਲੇ ਵਿੱਚ ਆ ਗਏ। ਅਤੇ ਵੱਲੇ ਤੋਂ ਬਾਅਦ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਨਗਰ 'ਤੇ ਆਏ ਸਨ। ਇਤਿਹਾਸ ਵਿੱਚ ਦਰਜ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਇੱਕ ਬਾਗ ਲਗਵਾਇਆ, ਜਿਸ ਕਰਕੇ ਇਸ ਨੂੰ ਕਿਹਾ ਜਾਣ ਲੱਗ ਪਿਆ ਗੁਰੂ ਕਾ ਬਾਗ। ਸਾਧ ਸੰਗਤ, ਇਸ ਅਸਥਾਨ ਦੀ ਸੇਵਾ ਵੀ ਹੋਰ ਗੁਰੂ ਘਰਾਂ ਦੇ ਵਾਂਗ ਅੱਜ ਤੋਂ 100 ਸਾਲ ਪਹਿਲਾਂ ਮਹੰਤ ਨਿਭਾ ਰਹੇ ਸਨ। ਜਿਹੜੇ ਮਹੰਤਾਂ ਨੇ ਗੁਰਦੁਆਰਿਆਂ ਦੀ ਸੇਵਾ ਉਦੋਂ ਸੰਭਾਲੀ ਜਦੋਂ ਸਾਡੇ ਵੱਡੇ ਵਡੇਰਿਆਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ, ਸਿਰਾਂ ਦੇ ਮੁੱਲ ਪੈਣ ਲੱਗ ਪਏ, ਜਦੋਂ ਘਰਾਂ ਨੂੰ ਛੱਡ ਕੇ ਜੰਗਲਾਂ ਨੂੰ ਆਪਣਾ ਵਾਸਾ ਬਣਾਉਣਾ ਪਿਆ। ਸ਼ੁਰੂਆਤ ਦੇ ਵਿੱਚ ਇਹਨਾਂ ਦੀ ਸੇਵਾ ਬੜੀ ਵਧੀਆ, ਪਰ ਜਦੋਂ ਖਾਲਸਾ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਦੇ ਵੱਲੋਂ ਖਾਲਸਾ ਰਾਜ ਦੇ ਸਮੇਂ ਗੁਰਦੁਆਰਿਆਂ ਦੇ ਨਾਮ 'ਤੇ ਜ਼ਮੀਨਾਂ ਲੱਗੀਆਂ, ਜ਼ਮੀਨਾਂ ਦਾ ਮਾਮਲਾ, ਉਹਨਾਂ ਦਾ ਠੇਕਾ ਆਉਣਾ ਸ਼ੁਰੂ ਹੋ ਗਿਆ, ਗੁਰਦੁਆਰਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਗਏ, ਤਾਂ ਇਹ ਮਹੰਤ ਅਯਾਸ਼ ਹੋ ਗਏ, ਆਪਣੇ ਕਿਰਦਾਰ ਤੋਂ ਡਿੱਗ ਪਏ। ਜਿਹੜੇ ਭੈ ਭਾਵੜੀ ਨਾਲ ਸੇਵਾ ਕਰਦੇ ਸਨ, ਉਹ ਭੈ ਭਾਵਨਾ ਖਤਮ ਹੋ ਗਈ। ਮਾਇਆ ਨੇ ਆਪਣਾ ਅਸਰ ਵਰਤਾਇਆ। ਸਾਧ ਸੰਗਤ, ਇਹ ਆਪਣੇ ਕਿਰਦਾਰ ਤੋਂ ਡਿੱਗ ਪਏ। ਗੁਰਦੁਆਰਿਆਂ ਦੇ ਅੰਦਰ ਵੀ ਵਿਚਾਰ ਕਰਨਾ, ਸ਼ਰਾਬਾਂ ਪੀਣੀਆਂ, ਹੋਰ ਮਾੜੇ ਕਰਮ ਇਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ। ਅਤੇ ਸਮੇਂ ਦੀ ਸਰਕਾਰ, ਅੰਗਰੇਜ਼ ਸਰਕਾਰ ਨੇ ਹਰ ਇੱਕ ਤਰੀਕੇ ਦੇ ਨਾਲ ਇਹਨਾਂ ਦੀ ਪਿੱਠ ਥਾਪੜੀ, ਕਿਉਂਕਿ ਅੰਗਰੇਜ਼ਾਂ ਦੀ ਇੱਕੋ ਪਾਲਿਸੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਅਤੇ ਗੁਰਦੁਆਰੇ ਦੇ ਵਿਚਕਾਰ ਇੱਕ ਦੀਵਾਰ ਖੜੀ ਕੀਤੀ ਜਾਵੇ, ਕਿਉਂਕਿ ਅੰਗਰੇਜ਼ਾਂ ਨੂੰ ਇਤਿਹਾਸ ਦਾ ਪਤਾ ਸੀ। ਭਾਰਤ ਦੇ ਵਿੱਚ ਮੁਗਲਾਂ ਨੇ ਬੜੇ ਪੱਕੇ ਪੈਰੀਂ ਆਪਣੇ ਪੈਰ ਜਮਾਏ ਸਨ। ਸਾਧ ਸੰਗਤ, ਪਰ ਮੁਗਲਾਂ ਦਾ ਜੇ ਪੰਜਾਬ ਦੀ ਧਰਤੀ ਦੇ ਵਿੱਚੋਂ ਪਹਿਲਾਂ ਖਾਤਮਾ ਹੋਇਆ, ਉਹਨਾਂ ਦੇ ਰਾਜ ਦਾ ਭਾਰਤ ਦੇ ਵਿੱਚੋਂ ਜੇ ਖਾਤਮਾ ਹੋਇਆ, ਜੇ ਮੁਗਲਾਂ ਦੇ ਨਾਲ ਕਿਸੇ ਨੇ ਟੱਕਰ ਲਈ ਸੀ ਸਾਹਮਣੇ ਖਲੋ ਕੇ, ਤਾਂ ਉਹ ਖਾਲਸਾ ਸੀ। ਇਸ ਇਤਿਹਾਸ ਤੋਂ ਅੰਗਰੇਜ਼ ਜਾਣੂ ਸਨ। ਪੰਜਾਬ ਦੀ ਧਰਤੀ ਉਹ ਧਰਤੀ ਸੀ ਜਿਹੜੀ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਸੰਨ 1849 ਦੇ ਵਿੱਚ ਆਈ। ਅੰਗਰੇਜ਼ਾਂ ਨੇ 200 ਸਾਲ ਪੂਰੇ ਭਾਰਤ 'ਤੇ ਰਾਜ ਕੀਤਾ ਅਤੇ 98 ਕੁ ਸਾਲ ਪੰਜਾਬ 'ਤੇ ਰਾਜ ਕੀਤਾ, ਕਿਉਂਕਿ ਇੱਥੇ ਗੁਰੂ ਕਾ ਖਾਲਸਾ ਸੀ। ਅਤੇ ਜਦੋਂ ਪੰਜਾਬ ਉਹਨਾਂ ਦੇ ਕਬਜ਼ੇ ਦੇ ਵਿੱਚ ਆਇਆ, ਫਿਰ ਨਾਲ ਹੀ ਇਹ ਵੀ ਖਿਆਲ ਆ ਗਿਆ ਕਿ ਜੇ ਇੱਥੋਂ ਦੇ ਵਸਿੰਦਿਆਂ ਨੂੰ, ਜੇ ਇਸ ਖਾਲਸੇ ਨੂੰ, ਇਹਨਾਂ ਸਿੱਖਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਸਾਡੇ ਰਾਜ ਭਾਗ ਵਾਸਤੇ ਖਤਰਾ ਹੋਵੇਗਾ। ਨਾ ਸਿਰਫ ਪੰਜਾਬ ਵਿੱਚੋਂ, ਸਗੋਂ ਭਾਰਤ ਵਿੱਚੋਂ ਹੀ ਸਾਨੂੰ ਕੱਢ ਕੇ ਸਾਹ ਲੈਣਗੇ। ਅਤੇ ਫਿਰ ਉਹਨਾਂ ਨੇ ਜਦੋਂ ਵਿਚਾਰ ਕੀਤੀ, ਵੇਖਿਆ ਵੀ ਇਹਨਾਂ ਦੇ ਕੋਲ ਤਾਕਤ ਕਿਹੜੀ ਹੈ, ਅਤੇ ਤਾਕਤ ਵੇਖਿਆ ਵੀ ਇਹਨਾਂ ਦੇ ਕੋਲ ਸਭ ਤੋਂ ਵੱਡੀ ਤਾਕਤ ਹੈ ਗੁਰਦੁਆਰਾ। ਇਹ ਗੁਰੂ ਦੇ ਨਾਲ ਜੁੜੇ ਨੇ, ਬਾਣੀ ਦੇ ਨਾਲ ਜੁੜੇ ਨੇ, ਬਸ ਇਹ ਇਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਤਾਕਤ ਤੋਂ ਸਿੱਖਾਂ ਨੂੰ ਦੂਰ ਕਰਨ ਵਾਸਤੇ ਅੰਗਰੇਜ਼ਾਂ ਦੀ ਇਹ ਨੀਤੀ ਸੀ ਕਿ ਜਿਹੜੇ ਮਹੰਤ ਗੁਰਦੁਆਰਿਆਂ ਵਿੱਚ ਦੁਸ਼ਕਰਮ ਕਰਦੇ ਸਨ, ਮਾੜੇ ਕਰਮ ਕਰਦੇ, ਅੰਗਰੇਜ਼ ਗੌਰਮੈਂਟ ਉਹਨਾਂ ਦੀ ਪਿੱਠ 'ਤੇ ਖੜੀ ਹੁੰਦੀ ਸੀ। ਸਾਧ ਸੰਗਤ,
ਫਿਰ ਵੀ ਕੁਝ ਸਾਡੇ ਜਿਹੜੇ ਸੁਹਿਰਦ ਗੁਰਮੁਖ ਪਿਆਰੇ ਉਹਨਾਂ ਦੇ ਮਨਾਂ 'ਚ ਆਇਆ ਕਿ ਅਸੀਂ ਸਿੱਖੀ ਦੀ ਗੱਲ ਕਿੱਥੇ ਕਰਾਂਗੇ। ਜੇ ਗੁਰਦੁਆਰਿਆਂ ਵਿੱਚ ਇੱਦਾਂ ਦਾ ਕਰਮ ਹੋਵੇਗਾ, ਸਿੱਖੀ ਦਾ ਪ੍ਰਚਾਰ ਕਿੱਥੇ ਹੋਵੇਗਾ। ਜਦੋਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹ ਗੁਰਮੁਖ ਪਿਆਰੇ ਤੁਰੇ, ਪਹਿਲਾਂ ਸਿੰਘ ਸਭਾ ਲਹਿਰ ਚਾਲੂ ਹੋਈ 1873 ਦੇ ਵਿੱਚ। ਫਿਰ ਸਾਧ ਸੰਗਤ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਚੀਫ ਖਾਲਸਾ ਦੀਵਾਨ ਬਣਿਆ। ਪਰ ਸਾਡੇ ਵੱਡਿਆਂ ਨੇ ਵੇਖਿਆ ਕਿ ਸਿੱਖੀ ਦਾ ਪ੍ਰਚਾਰ ਓਨਾ ਚਿਰ ਨਹੀਂ ਹੋ ਸਕਦਾ, ਸਿੱਖੀ ਦੀ ਗੱਲ ਓਨਾ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਗੁਰੂ ਘਰਾਂ ਦੀ ਸੇਵਾ ਜਿਹੜੀ ਆ ਉਹ ਭੈ ਭਾਵਨੀ ਵਾਲੇ ਗੁਰਮੁਖ ਪਿਆਰਿਆਂ ਦੇ ਕੋਲ ਨਹੀਂ ਹੁੰਦੀ। ਇਸ ਵਾਸਤੇ ਸਿੱਖੀ ਦਾ ਪ੍ਰਚਾਰ ਬਾਅਦ ਵਿੱਚ, ਪਹਿਲਾਂ ਗੁਰਦੁਆਰਿਆਂ ਨੂੰ ਇਹਨਾਂ ਮਹੰਤਾਂ ਤੋਂ ਆਜ਼ਾਦ ਕਰਵਾਇਆ ਜਾਵੇ। ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ ਕਿ ਸੰਨ 1921 ਦੇ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਾਲਾ ਜੋ ਹੈ 26 ਜਨਵਰੀ 1921 ਨੂੰ ਇਹਦੀ ਸੇਵਾ ਖਾਲਸੇ ਨੇ ਆਪਣੇ ਕੋਲ ਲੈ ਲਈ। ਸਾਡੇ ਵੱਡੇ ਵਡੇਰਿਆਂ ਨੇ, ਗੁਰਮੁਖ ਪਿਆਰਿਆਂ ਨੇ ਇਹ ਸੇਵਾ ਆਪਣੇ ਕੋਲ ਲੈ ਲਈ ਉੱਥੋਂ ਦੇ ਮਹੰਤਾਂ ਦੇ ਕੋਲੋਂ। ਜਦੋਂ ਇਹ ਸੇਵਾ ਮਿਲੀ, ਉਸ ਤੋਂ ਬਾਅਦ ਵਿੱਚ ਜਿੱਥੇ ਜਿੱਥੇ ਵੀ ਇਤਿਹਾਸਿਕ ਗੁਰਦੁਆਰੇ ਸਨ, ਉਸ ਇਲਾਕੇ ਦੀਆਂ ਸੰਗਤਾਂ ਦੇ ਮਨਾਂ ਵਿੱਚ ਆਇਆ ਕਿ ਅਸੀਂ ਵੀ ਜੋ ਸਾਡੇ ਇਲਾਕੇ ਦੇ ਗੁਰਦੁਆਰਾ ਸਾਹਿਬ ਉਹਨਾਂ ਦੀ ਸੇਵਾ ਆਪ ਕਰੀਏ। ਕਿਉਂਕਿ ਜ਼ਿਆਦਾਤਰ ਮਹੰਤ ਜਿਹੜੇ ਨੇ ਸਾਧ ਸੰਗਤ ਉਹ ਉਸ ਸਮੇਂ ਭ੍ਰਸ਼ਟ ਹੋ ਚੁੱਕੇ ਸਨ। ਕੋਈ ਚੰਗੇ ਵੀ ਸਨ ਜਿਨ੍ਹਾਂ ਦਾ ਇਤਿਹਾਸ ਆਪ ਜੀ ਨੂੰ ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾ ਨੇ ਸੁਣਾਇਆ ਨਾ, ਜਿਹੜੇ ਦੋ ਮਰਜੀਵੜੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਗੁਰਦੁਆਰਾ ਪੰਜਾ ਸਾਹਿਬ ਦੇ ਸਾਕੇ 'ਚ ਸ਼ਹੀਦ ਹੋਏ। ਭਾਈ ਪ੍ਰਤਾਪ ਸਿੰਘ ਤਾਂ ਹੈਗੇ ਹੀ ਉੱਥੋਂ ਦੇ ਸਨ, ਗੁਰਦੁਆਰੇ ਦੇ ਖਜ਼ਾਨਚੀ ਸਨ। ਭਾਈ ਕਰਮ ਸਿੰਘ ਆਨੰਦਪੁਰ ਦੇ ਸਨ, ਆਪਣੀ ਪਤਨੀ ਦੇ ਨਾਲ ਉੱਥੇ ਦਰਸ਼ਨ ਮੇਲੇ ਕਰਨ ਗਏ ਸਨ। ਤੇ ਭਾਈ ਕਰਮ ਸਿੰਘ, ਉਹਨਾਂ ਦੇ ਇਤਿਹਾਸ ਦੇ ਬਾਬਤ ਆਉਂਦਾ ਆ ਕਿ ਉਹਨਾਂ ਦਾ ਪਿਛੋਕੜ ਮਹੰਤਾਂ ਵਾਲਾ ਸੀ ਤੇ ਇਹਨਾਂ ਨੇ ਬਾਅਦ ਵਿੱਚ ਸਿੱਖੀ ਦੀ ਮੁੱਖ ਧਾਰਾ ਦੇ ਵਿੱਚ ਪ੍ਰਵੇਸ਼ ਕੀਤਾ। ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਕੇ ਸਿੰਘ ਸੱਜ ਕੇ ਭਾਈ ਕਰਮ ਸਿੰਘ। ਕੁਝ ਮਹੰਤ ਚੰਗੇ ਵੀ ਸਨ, ਭੈ ਭਾਵਨੀ ਵਾਲੇ, ਪਰ ਜ਼ਿਆਦਾਤਰ ਜਿਹੜੇ ਉਹ ਮਾਇਆ ਦੇ ਲਾਲਚ ਦੇ ਵਿੱਚ ਭ੍ਰਸ਼ਟ ਹੋ ਚੁੱਕੇ ਸਨ, ਆਪਣੇ ਕਿਰਦਾਰ ਤੋਂ ਡਿੱਗ ਚੁੱਕੇ ਸਨ। ਤੇ ਐਸਾ ਹੀ ਮਹੰਤ ਸੀ ਜਿਹੜਾ ਗੁਰੂ ਕੇ ਬਾਗ ਗੁਰਦੁਆਰੇ ਦੀ ਸੇਵਾ ਜੀ ਦੇ ਕੋਲ ਸੀ, ਜਿਹਦਾ ਨਾਮ ਸੀ ਸੁੰਦਰਦਾਸ। ਇਹ ਵੀ ਮਾੜੇ ਕਰਮ ਕਰਦਾ, ਇਖਲਾਕ ਤੋਂ ਡਿੱਗਿਆ ਹੋਇਆ। ਇਸ ਇਲਾਕੇ ਦੀ ਸੰਗਤ ਦੇ ਵੀ ਮਨ ਵਿੱਚ ਆਇਆ ਕਿ ਅਸੀਂ ਵੀ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਆ ਉਹ ਆਪ ਕਰੀਏ, ਚੰਗੇ ਗੁਰਮੁਖ ਪਿਆਰੇ ਰਲ ਮਿਲ ਕੇ ਸੇਵਾ ਕਰਨ। ਤੇ ਇਸ ਵਾਸਤੇ ਕੀ ਕੀਤਾ, 31 ਜਨਵਰੀ 1921 ਨੂੰ ਸਿੱਖ ਸੰਗਤ ਇੱਥੇ ਇਕੱਠੀ ਹੋਈ। ਸਰਦਾਰ ਕਰਤਾਰ ਸਿੰਘ ਜੀ ਝੱਬਰ, ਜਿਨ੍ਹਾਂ ਦਾ ਜ਼ਿਕਰ ਆਪ ਜੀ ਨਨਕਾਣਾ ਸਾਹਿਬ ਦੇ ਸਾਕੇ ਸਮੇਂ ਵੀ ਸਰਵਣ ਕਰਦੇ ਹੋ, ਉਹਨਾਂ ਦਾ ਜ਼ਿਕਰ ਆਉਂਦਾ ਆ। ਸਰਦਾਰ ਕਰਤਾਰ ਸਿੰਘ ਝੱਬਰ ਅਤੇ ਇੱਕ ਇਸ ਇਲਾਕੇ ਦੇ ਗੁਰਮੁਖ ਪਿਆਰੇ ਸਨ ਵਿਛੋਆ ਪਿੰਡ ਤੋਂ ਸਰਦਾਰ ਦਾਨ ਸਿੰਘ। ਇਹਨਾਂ ਦੋਹਾਂ ਦੀ ਅਗਵਾਈ ਦੇ ਵਿੱਚ ਉੱਥੇ ਸਿੱਖ ਸੰਗਤ ਇਕੱਠੀ ਹੋਈ। ਮਹੰਤ ਨੂੰ ਉੱਥੇ ਵਿੱਚ ਬਿਠਾਇਆ ਗਿਆ ਤੇ ਮਹੰਤ ਨੂੰ ਆਖਿਆ ਗਿਆ ਵੀ ਤੂੰ ਜਿਹੜੇ ਮਾੜੇ ਕਰਮ ਕਰਨਾ ਉਹ ਛੱਡ ਦੇ ਜਾਂ ਗੁਰਦੁਆਰੇ ਦੀ ਸੇਵਾ ਛੱਡ ਦੇ। ਉਸ ਸਾਰੀ ਸੰਗਤ ਦੇ ਵਿੱਚ ਪ੍ਰਭਾਵ ਕਬੂਲਦਿਆਂ ਹੋਇਆ ਮਹੰਤ ਨੇ ਆਪਣੀ ਗਲਤੀ ਮੰਨੀ, ਅੱਗੇ ਤੋਂ ਖਾਲਸੇ ਦੇ ਕੋਲੋਂ ਖਿਮਾ ਜਾਚਨਾ ਕੀਤੀ ਸਾਧ ਸੰਗਤ। ਤੇ ਮਹੰਤ ਨੇ ਖਾਲਸੇ ਦੀਆਂ ਗੁਰਸਿੱਖਾਂ ਦੀਆਂ ਸ਼ਰਤਾਂ ਮੰਨੀਆਂ। ਉਹ ਸ਼ਰਤਾਂ ਸਨ, ਪਹਿਲੀ ਸ਼ਰਤ ਕਿ ਮਾੜੇ ਕਰਮ ਛੱਡੇਗਾ ਤੇ ਅੰਮ੍ਰਿਤ ਛਕ ਕੇ ਸਿੰਘ ਸਜੇਗਾ। ਦੂਜੀ ਇਹ ਵੀ ਕਿਸੇ ਦੇ ਨਾਲ ਕੋਈ ਨਜਾਇਜ਼ ਸੰਬੰਧ ਨਹੀਂ ਰੱਖੇਗਾ, ਇੱਕ ਔਰਤ ਦੇ ਨਾਲ ਆਪਣਾ ਘਰ ਵਸਾਵੇਗਾ। ਅਤੇ ਫਿਰ ਇਹ ਉਸ ਗੁਰਦੁਆਰਾ ਸਾਹਿਬ ਦੀ ਇੱਕ ਲੋਕਲ ਕਮੇਟੀ ਬਣੇਗੀ, ਜਿਸ ਕਮੇਟੀ ਦੇ ਵਿੱਚ ਰਹਿੰਦਾ ਹੋਇਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧੀਨਗੀ ਦੇ ਅੰਦਰ ਗੁਰੂ ਘਰ ਦੀ ਸੇਵਾ ਨੂੰ ਨਿਭਾਏਗਾ। ਉਹ ਸਾਰੀਆਂ ਸ਼ਰਤਾਂ ਲਿਖਤੀ ਇਕਰਾਰਨਾਮਾ ਹੋਇਆ, ਇਹਨੇ ਮੰਨ ਲਿਆ ਵਕਤੀ ਤੌਰ 'ਤੇ। ਸਮਾਂ ਲੰਘ ਗਿਆ ਸਾਧ ਸੰਗਤ। ਜਦੋਂ ਅਗਲਾ ਮਹੀਨਾ ਆਇਆ ਤੇ ਫਰਵਰੀ ਦੇ ਵਿੱਚ 8 ਫਰਵਰੀ 1921 ਨੂੰ ਇਹਨੇ ਜਾ ਕੇ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਵੀ ਛਕਿਆ ਤੇ ਇਹਦਾ ਨਾਮ ਸੁੰਦਰਦਾਸ ਤੋਂ ਜੋਗਿੰਦਰ ਸਿੰਘ ਰੱਖਿਆ ਗਿਆ। ਇਹਨੇ ਇੱਕ ਔਰਤ ਦੇ ਨਾਲ ਆਪਣਾ ਵਿਆਹ ਰਚਾਇਆ, ਆਨੰਦ ਇਹਦਾ ਪੜ੍ਹਿਆ ਗਿਆ ਤੇ ਉਸ ਔਰਤ ਦਾ ਨਾਮ, ਜਿਹਦਾ ਨਾਮ ਪਹਿਲਾਂ ਈਸਰੋ ਸੀ, ਉਹਦਾ ਨਾਮ ਰੱਖਿਆ ਗਿਆ ਬੀਬੀ ਗਿਆਨ ਕੌਰ। ਕੁਝ ਸਮਾਂ ਇੱਦਾਂ ਹੀ ਇਹ ਬੜੀ ਭੈ ਭਾਵਨਾ ਦੇ ਨਾਲ ਸੇਵਾ ਕਰਦਾ ਰਿਹਾ। ਪਰ ਉਸੇ ਹੀ ਮਹੀਨੇ ਦੇ ਵਿੱਚ ਫਰਵਰੀ 1921 ਦੇ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ। ਨਨਕਾਣਾ ਸਾਹਿਬ ਜਿੱਥੇ 150 ਗੁਰਮੁਖ ਪਿਆਰੇ ਨਰੈਣੂ ਮਹੰਤ ਦੇ ਗੁੰਡਿਆਂ ਨੇ, ਜਿਨ੍ਹਾਂ ਨੂੰ ਸਾਧ ਸੰਗਤ ਜੀ ਜਿੰਦਾ ਜੰਡ ਦੇ ਨਾਲ ਬੰਨ੍ਹ ਕੇ ਸਾੜ ਕੇ ਸ਼ਹੀਦ ਕਰ ਦਿੱਤਾ ਸੀ, ਤੇ ਉਹਦੀ ਪਿੱਠ ਦੇ ਉੱਪਰ ਅੰਗਰੇਜ਼ ਹਕੂਮਤ ਖੜੀ ਸੀ।
ਸਾਧ ਸੰਗਤ ਜਿਨ੍ਹਾਂ ਨੇ ਉਸ ਨਰੈਣੂ ਮਹੰਤ ਨੂੰ ਇੰਨੇ ਘਿਨਾਉਣੇ ਕਾਰਨਾਮੇ ਦੇ ਬਾਵਜੂਦ ਉਹਨੂੰ ਤੇ ਉਹਦੇ ਸਾਥੀਆਂ ਨੂੰ ਬੜੀਆਂ ਮਾਮੂਲੀ ਜਿਹੀਆਂ ਸਜ਼ਾਵਾਂ ਦਿੱਤੀਆਂ ਸਨ, ਕਿਉਂਕਿ ਅੰਗਰੇਜ਼ ਸਰਕਾਰ ਤੇ ਚਾਹੁੰਦੀ ਸੀ ਵੀ ਗੁਰਦੁਆਰਿਆਂ ਦੇ ਵਿੱਚ ਇਦਾਂ ਦਾ ਕੁਝ ਹੀ ਹੋਵੇ। ਹੁਣ ਜਦੋਂ ਉਹ ਸਾਕਾ ਵਾਪਰਿਆ, ਇੱਧਰੋਂ ਇਹਦਾ ਵੀ ਹੌਸਲਾ ਬੁਲੰਦ ਹੋ ਗਿਆ। ਇਹਨੇ ਜਿਹੜੀਆਂ ਸਾਰੀਆਂ ਸ਼ਰਤਾਂ ਪਹਿਲਾਂ ਮੰਨੀਆਂ ਹੋਈਆਂ ਸਨ, ਹੌਲੀ ਹੌਲੀ ਉਹਨਾਂ ਤੋਂ ਆਕੀ ਹੋਣ ਲੱਗ ਪਿਆ। ਤੇ ਜੂਨ 1921 ਦੇ ਵਿੱਚ ਇੱਕ ਦਿਨ ਸਾਧ ਸੰਗਤ ਜੀ ਇਹਨੇ ਗੁਰਦੁਆਰਾ ਸਾਹਿਬ ਦਾ ਜਿਹੜਾ ਰਿਕਾਰਡ ਰੂਮ ਸੀ ਉਹਨੂੰ ਅੱਗ ਲਾਤੀ। ਉਹ ਸਾਰਾ ਇਕਰਾਰਨਾਮਾ ਜੋ ਕਾਗਜ਼ ਸੀ, ਬਾਕੀ ਗੁਰਦੁਆਰੇ ਦਾ ਸਾਰਾ ਰਿਕਾਰਡ ਇਹਨੇ ਸਾੜ ਦਿੱਤਾ। ਜੋ ਉੱਥੇ 11 ਮੈਂਬਰੀ ਕਮੇਟੀ ਬਣਾਈ ਗਈ ਸੀ, ਸਰਦਾਰ ਦਾਨ ਸਿੰਘ ਵਿਛੋਆ ਜੀ ਦੇ ਪ੍ਰਧਾਨ ਸਨ, ਉਹ ਜੋ ਮਤੇ ਨੇ, ਜੋ ਰਿਕਾਰਡ, ਇਹਨੇ ਸਾਰਾ ਹੀ ਅੱਗ ਲਾ ਕੇ ਸਾੜ ਦਿੱਤਾ। ਉਸ ਤੋਂ ਬਾਅਦ ਵਿੱਚ ਇਹ ਫੇਰ ਅੱਖਾਂ ਕੱਢਣ ਲੱਗ ਪਿਆ ਤੇ ਫੇਰ ਸਾਰੇ ਸੁਹਿਰਦ ਸੱਜਣ ਉਸ ਇਲਾਕੇ ਦੇ ਸਾਰੇ ਇਕੱਠੇ ਹੋਏ ਸਾਧ ਸੰਗਤ, ਤੇ 23 ਅਗਸਤ 1921 ਨੂੰ ਗੁਰਦੁਆਰੇ ਦੀ ਸਾਰੀ ਸੇਵਾ ਸਾਡੇ ਵੱਡੇ ਵਡੇਰਿਆਂ ਨੇ ਆਪਣੇ ਕੋਲ ਲੈ ਲਈ। ਹੁਣ ਉਸ ਗੁਰਦੁਆਰੇ ਦੇ ਨਾਲ ਲੱਗਦੀ ਸੀ ਜ਼ਮੀਨ, ਜਿਹੜੀ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਉਹਨਾਂ ਦੇ ਇੱਕ ਜਰਨੈਲ, ਉਹਨਾਂ ਦੇ ਇੱਕ ਮੁਲਾਜ਼ਮ ਨੇ ਸਾਧ ਸੰਗਤ, ਜਿਨ੍ਹਾਂ ਦਾ ਨਾਮ ਆਉਂਦਾ ਹੈ ਇਤਿਹਾਸ ਦੇ ਵਿੱਚ ਸਰਦਾਰ ਪੰਜਾਬ ਸਿੰਘ, ਉਹਨਾਂ ਨੇ ਇਹ ਜ਼ਮੀਨ ਗੁਰਦੁਆਰੇ ਦੇ ਨਾਮ ਲਗਵਾਈ ਸੀ। ਸਾਧ ਸੰਗਤ 526 ਕਨਾਲ, ਜਿਹੜੀ 65 ਕਿੱਲੇ ਇਹ ਜ਼ਮੀਨ ਬਣਦੀ ਸੀ। ਇਸ ਜ਼ਮੀਨ ਦੇ ਵਿੱਚ ਉਸ ਸਮੇਂ ਕੇਵਲ ਸੁੱਕੀਆਂ ਕਿੱਕਰਾਂ ਸਨ। ਤੇ ਸਾਧ ਸੰਗਤ ਜਦੋਂ ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ, ਉਹਨਾਂ ਨੇ ਇਸ ਜ਼ਮੀਨ ਵੱਲ ਨਹੀਂ ਵੇਖਿਆ। ਜ਼ਮੀਨ ਮਹੰਤ ਦੇ ਕੋਲ ਹੀ ਰਹੀ ਹੈ। ਮਹੰਤ ਗੁਰਦੁਆਰੇ ਦੇ ਵਿੱਚ ਹੀ ਜੋ ਉਹਦਾ ਮਕਾਨ ਸੀ ਉੱਥੇ ਹੀ ਰਹਿੰਦਾ ਰਿਹਾ। ਸਿੱਖ ਸੰਗਤ ਨੇ ਉਹਨੂੰ ਨਹੀਂ ਛੇੜਿਆ। ਤੇ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਕੇ ਲੰਗਰ ਤਿਆਰ ਹੋਣੇ, ਜਿਸ ਲੰਗਰ ਦੇ ਵਾਸਤੇ ਉਸ ਜ਼ਮੀਨ ਦੇ ਵਿੱਚੋਂ ਲੱਕੜਾਂ ਵੱਢ ਕੇ ਲੈ ਕੇ ਆਉਣੀਆਂ। ਹੁਣ ਇਹ ਜਿਹੜੀ ਜ਼ਮੀਨ ਸੀ ਨਾ, 1910-11 ਦੀ ਜਿਹੜੀ ਜਮ੍ਹਾਂਬੰਦੀ ਹੈ, ਉਹਦੇ ਵਿੱਚ ਰਿਕਾਰਡ ਦੇ ਵਿੱਚ ਜਮ੍ਹਾਂਬੰਦੀ ਦੇ ਵਿੱਚ ਇਹ ਜ਼ਮੀਨ ਨਾ ਬੋਲਦੀ ਸੀ। ਇਹਦੀ ਮਾਲਕੀ ਸੀ ਗੁਰੂ ਅਰਜਨ ਦਰਬਾਰ, ਪਿੰਡ ਘੁੱਕੇਵਾਲੀ, ਕਿਉਂਕਿ ਗੁਰਦੁਆਰੇ ਦਾ ਪਹਿਲਾ ਨਾਮ ਇਹੋ ਹੀ ਸੀ, ਗੁਰੂ ਅਰਜਨ ਦਰਬਾਰ। ਪਰ ਇਹਦੇ ਕਾਸ਼ਤਕਾਰ ਦਾ ਨਾਮ ਜਿਹੜਾ ਉਹ ਸੁੰਦਰਦਾਸ ਲਿਖਿਆ ਹੋਇਆ ਸੀ। ਹੁਣ ਇਸ ਜ਼ਮੀਨ ਦੇ ਵਿੱਚੋਂ ਲੱਕੜਾਂ ਵੱਢ ਕੇ ਗੁਰਮੁਖ ਪਿਆਰੇ ਲਿਆਉਂਦੇ ਰਹੇ। ਗੁਰੂ ਕਾ ਲੰਗਰ ਚੱਲਦਾ ਰਿਹਾ। ਲਗਭਗ 1 ਸਾਲ ਇੱਦਾਂ ਚੱਲਿਆ। 1 ਸਾਲ ਗੁਰਮੁਖ ਪਿਆਰੇ ਗੁਰਦੁਆਰਾ ਗੁਰੂ ਕੇ ਬਾਗ ਵਿਖੇ ਦੋਵਾਂ ਅਸਥਾਨਾਂ ਦੀ ਸੇਵਾ ਕਰਦੇ ਰਹੇ। ਬੜੇ ਪਿਆਰ ਦੇ ਨਾਲ ਸੇਵਾ ਚੱਲਦੀ ਰਹੀ। ਇਹ ਜਿਹੜਾ ਮਹੰਤ ਹੈ, ਇਹਨੂੰ ਫਰਵਰੀ 1922 ਦੇ ਵਿੱਚ ਸਿੱਖ ਸੰਗਤ ਨੇ ਸਲਾਹ ਕਰਕੇ 120 ਰੁਪਈਆ ਮਹੀਨੇ ਦੀ ਪੈਨਸ਼ਨ ਵੀ ਲਾ ਦਿੱਤੀ। ਉਸ ਸਮੇਂ ਇਹਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਮਕਾਨ ਵੀ ਰਹਿਣ ਵਾਸਤੇ ਦਿੱਤਾ। ਸਾਧ ਸੰਗਤ ਜਦੋਂ 1922 ਚੜ੍ਹਿਆ, ਅਗਸਤ ਮਹੀਨਾ ਆਇਆ, ਅੱਜ ਤੋਂ ਠੀਕ 100 ਸਾਲ ਪਹਿਲਾਂ ਦੀ ਗਾਥਾ। ਹੁਣ ਪਹਿਲਾਂ ਜੋ ਇਤਿਹਾਸ ਚੱਲ ਰਿਹਾ ਸੀ ਉਹ 1921 ਦਾ ਸੀ। ਹੁਣ 1922 ਦਾ ਜਦੋਂ ਅਗਸਤ ਮਹੀਨਾ ਆਇਆ, ਰੋਜ਼ਾਨਾ ਦੀ ਤਰ੍ਹਾਂ 8 ਅਗਸਤ ਨੂੰ 5 ਸਿੰਘ ਲੱਕੜਾਂ ਵੱਢਣ ਗਏ। ਜਦੋਂ ਲੱਕੜਾਂ ਵੱਢ ਕੇ ਲੈ ਆਂਦੀਆਂ ਤੇ ਸ਼ਾਮ ਨੂੰ ਅੰਮ੍ਰਿਤਸਰ ਤੋਂ ਅੰਗਰੇਜ਼ ਪੁਲਿਸ ਆਈ ਤੇ ਉਹਨਾਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਗਲੇ ਦਿਨ ਫਿਰ ਜਿਹੜੇ ਸਿੱਖ ਲੱਕੜਾਂ ਵੱਢਣ ਗਏ ਉਹਨਾਂ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਤੇ ਸਾਧ ਸੰਗਤ ਉਹਨਾਂ ਦੇ ਉੱਪਰ ਮੁਕੱਦਮਾ ਚਲਾ ਕੇ 10 ਤਰੀਕ ਨੂੰ ਉਹਨਾਂ ਨੂੰ 50 ਰੁਪਏ ਜੁਰਮਾਨਾ ਤੇ 6 ਮਹੀਨਿਆਂ ਦੀ ਕੈਦ ਸੁਣਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਜਦੋਂ ਇੱਦਾਂ ਹੋਇਆ, ਸਿੱਖ ਸੰਗਤ ਦੇ ਮਨ ਵਿੱਚ ਰੋਸ ਆਇਆ। ਸਿੱਖ ਸੰਗਤ ਇਕੱਠੀ ਹੋਈ। ਉੱਥੇ 4 ਚੁਫੇਰੇ ਗੁਰਦੁਆਰੇ 'ਤੇ ਪੁਲਿਸ ਲਗਾ ਦਿੱਤੀ ਗਈ। ਸਿੱਖ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਦੇ ਰਹੇ ਤੇ 10-12 ਦਿਨ ਕੋਈ ਹੋਰ ਗ੍ਰਿਫਤਾਰੀ ਨਾ ਹੋਈ। ਫਿਰ ਇੱਕ ਦਿਨ ਅਚਾਨਕ 23 ਅਗਸਤ ਨੂੰ ਸਾਧ ਸੰਗਤ 1922 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾ ਕਰ ਰਹੇ ਲਗਭਗ 60 ਮੁਲਾਜ਼ਮਾਂ ਨੂੰ ਇੱਕਦਮ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਵਿੱਚ 24 ਤਰੀਕ ਨੂੰ ਗ੍ਰਿਫਤਾਰੀ ਹੋਈ ਤੇ 25 ਅਗਸਤ 1922 ਨੂੰ ਮੱਸਿਆ ਦਾ ਦਿਨ ਸੀ। ਮੱਸਿਆ ਨੂੰ ਸਾਧ ਸੰਗਤ ਗੁਰੂ ਕੇ ਬਾਗ ਦੀਵਾਨ ਸੱਜਦੇ ਸਨ, ਅੱਜ ਵੀ ਸੱਜਦੇ ਨੇ। ਹੁਣ ਐਤਕੀ ਜਿਹੜੀ ਮੱਸਿਆ ਉਹ 27 ਅਗਸਤ ਦੀ ਆ, ਉਦੋਂ 25 ਅਗਸਤ ਦੀ ਮੱਸਿਆ ਸੀ। ਮੱਸਿਆ ਵਾਲੇ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੋਈ। ਇੱਕ ਤੇ ਮੱਸਿਆ ਤੇ ਵੈਸੇ ਦੀਵਾਨ ਸੱਜਦੇ ਸਨ ਤੇ ਦੂਜਾ ਸਾਧ ਸੰਗਤ ਦੇ ਮਨ ਵਿੱਚ ਇਹ ਵੀ ਰੋਸ ਸੀ ਕਿ ਸਾਡੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿੱਚੋਂ ਸਾਨੂੰ ਹੀ ਲੱਕੜਾਂ ਵੱਢਣ ਤੋਂ ਰੋਕਿਆ ਜਾ ਰਿਹਾ। ਤੇ ਸੰਗਤ ਰੋਸ ਵਜੋਂ ਵੀ ਇਕੱਠੀ ਹੋਈ ਤੇ 25 ਅਗਸਤ ਨੂੰ ਸਾਧ ਸੰਗਤ ਜੀ ਪਹਿਲੀ ਵਾਰ
ਇੱਕ ਅੰਗਰੇਜ਼ ਅਫਸਰ ਜਿਸ ਦਾ ਨਾਮ ਇਤਿਹਾਸ ਦੀਆਂ ਲਿਖਤਾਂ ਦੇ ਵਿੱਚ ਆਇਆ ਹੈ ਬੀਟੀ, ਉਸ ਮਿਸਟਰ ਬੀਟੀ ਦੇ ਹੁਕਮਾਂ ਤੇ ਪਹਿਲੀ ਵਾਰ 25 ਅਗਸਤ ਨੂੰ ਸਾਧ ਸੰਗਤ ਜੁੜੀ ਹੋਈ ਸੰਗਤ 'ਤੇ ਲਾਠੀ ਚਾਰਜ ਕੀਤਾ ਗਿਆ। ਇੱਥੋਂ ਤੱਕ ਵੀ ਜ਼ਿਕਰ ਮਿਲਦਾ ਕਿ ਸਜੇ ਹੋਏ ਦੀਵਾਨ ਦੇ ਅੰਦਰ ਜਿਹੜੇ ਗੁਰੂ ਕੇ ਗ੍ਰੰਥੀ ਸਿੰਘ ਤਾਬਿਆ ਬੈਠੇ ਸਨ, ਉਹਨਾਂ ਨੂੰ ਤਾਬਿਆ ਬੈਠਿਆਂ ਨੂੰ ਹੀ ਸਾਧ ਸੰਗਤ ਜੀ ਡਾਂਗਾਂ ਮਾਰੀਆਂ ਗਈਆਂ ਤੇ ਕੇਸਾਂ ਤੋਂ ਫੜ ਕੇ ਧੂ ਕੇ ਉਹਨਾਂ ਨੂੰ ਉਠਾ ਲਿਆ ਗਿਆ। ਇਸ ਤਰੀਕੇ ਦੇ ਨਾਲ ਦੀਵਾਨ ਦੇ ਵਿੱਚ ਖਲਲ ਪਾਇਆ ਗਿਆ ਤੇ ਪਹਿਲੀ ਵਾਰ 25 ਅਗਸਤ ਨੂੰ ਭਿਆਨਕ ਲਾਠੀ ਚਾਰਜ ਉੱਥੇ ਕੀਤਾ ਗਿਆ। ਜੁੜੀ ਹੋਈ ਸੰਗਤ ਦੇ ਉੱਪਰ ਤਸ਼ੱਦਦ ਅੰਗਰੇਜ਼ ਪੁਲਿਸ ਵੱਲੋਂ ਕੀਤਾ ਗਿਆ। ਹੁਣ ਸਾਧ ਸੰਗਤ ਇਹਦੇ ਇਵਜ਼ ਦੇ ਵਿੱਚ 29 ਅਗਸਤ ਨੂੰ ਗੁਰੂ ਕਾ ਖਾਲਸਾ ਸਾਰੀਆਂ ਸਿੱਖ ਸੰਗਤਾਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਇਕੱਠੀਆਂ ਹੋਈਆਂ। ਇਹਦੇ ਦਰਮਿਆਨ ਹੋਰ ਵੀ ਘਟਨਾਵਾਂ ਹੋਈਆਂ, ਪਰ ਸਮੇਂ ਦੀ ਸੀਮਾ ਨੂੰ ਵੇਖਦਿਆਂ ਹੋਇਆਂ ਜਿਹੜੀਆਂ ਜ਼ਰੂਰੀ ਬੇਨਤੀਆਂ ਮੈਂ ਉਹੀ ਕੇਵਲ ਸਾਂਝੀਆਂ ਕਰ ਰਿਹਾ। 29 ਅਗਸਤ ਨੂੰ ਗੁਰੂ ਕਾ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਇਕੱਠਾ ਹੋਇਆ। ਉੱਥੇ ਫੈਸਲਾ ਕੀਤਾ ਗਿਆ ਖਾਲਸੇ ਵੱਲੋਂ ਕਿ ਅੰਗਰੇਜ਼ ਸਰਕਾਰ ਜਾਣ ਬੁੱਝ ਕੇ ਸਾਡੀ ਸੇਵਾ ਦੇ ਵਿੱਚ ਵਿਘਨ ਪਾ ਰਹੀ ਹੈ, ਸਾਨੂੰ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਵੱਢਣ 'ਤੇ ਗ੍ਰਿਫਤਾਰ ਕਰ ਰਹੀ ਹੈ। ਉਹ ਗੁਰੂ ਕਾ ਲੰਗਰ ਜਿਹੜਾ ਇਕੱਲਾ ਸਿੱਖ ਹੀ ਨਹੀਂ ਛਕਦਾ, ਜਿਹੜੇ ਲੰਗਰ ਦੇ ਵਿੱਚ ਕੋਈ ਮੁਸਲਮਾਨ ਵੀ ਆ ਕੇ ਬੈਠ ਜਾਵੇ ਉਹ ਵੀ ਪ੍ਰਸ਼ਾਦਾ ਛਕਦਾ, ਕੋਈ ਹਿੰਦੂ ਵੀ ਆ ਕੇ ਬੈਠ ਜਾਵੇ ਉਹ ਵੀ ਪ੍ਰਸ਼ਾਦਾ ਛਕਦਾ, ਤੇ ਜਿਹੜੇ ਇਹਨਾਂ ਦੇ ਅੰਗਰੇਜ਼ ਅਫਸਰ ਨੇ ਜੇ ਉਹ ਵੀ ਆ ਕੇ ਬੈਠ ਜਾਣ ਤੇ ਉਹਨਾਂ ਨੂੰ ਵੀ ਪ੍ਰਸ਼ਾਦਾ ਇੱਥੋਂ ਮਿਲਦਾ ਆ। ਉਸ ਗੁਰੂ ਕੇ ਲੰਗਰ ਨੂੰ ਚਲਾਉਣ ਵਾਸਤੇ ਸਾਡੀਆਂ ਗ੍ਰਿਫਤਾਰੀਆਂ ਇਹ ਕਰ ਰਹੇ ਨੇ। ਅੰਗਰੇਜ਼ ਸਰਕਾਰ ਸਾਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਵਿੱਢਾਂਗੇ, ਪਰ ਸਾਡਾ ਸੰਘਰਸ਼ ਇਹ ਹੋਵੇਗਾ ਕਿ ਅਸੀਂ ਇੱਥੋਂ ਸ਼ਾਂਤਮਈ ਸਾਡੇ ਜਥੇ ਜਾਣਗੇ। ਅਕਾਲ ਤਖਤ ਸਾਹਿਬ ਤੋਂ 100 ਸਿੰਘਾਂ ਦਾ ਜਥਾ ਰੋਜ਼ਾਨਾ ਜਾਵੇਗਾ, ਜਿਹੜਾ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ। ਜੰਗਲ ਦੇ ਵਿੱਚ ਉਹ ਜ਼ਮੀਨ ਦੇ ਵਿੱਚ ਲੱਕੜਾਂ ਵੱਢਣ ਵਾਸਤੇ ਜਾਵੇਗਾ। ਜੇਕਰ ਉਹਨਾਂ ਦੇ ਉੱਪਰ ਕਿਸੇ ਵੀ ਤਰੀਕੇ ਦਾ ਤਸ਼ੱਦਦ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਆ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਉਹ ਜਥਾ ਆਪਣੇ ਪਿੰਡੇ ਦੇ ਉੱਪਰ ਉਹ ਤਸ਼ੱਦਦ ਨੂੰ ਸਹਾਰੇਗਾ। ਅੱਗੋਂ ਕੋਈ ਵੀ ਕਿਸੇ ਦੇ ਉੱਪਰ ਹੱਥ ਨਹੀਂ ਉਠਾਇਆ ਜਾਵੇਗਾ। ਇਹ ਫੈਸਲਾ ਅਕਾਲ ਤਖਤ ਸਾਹਿਬ 'ਤੇ ਹੋਇਆ, ਪ੍ਰਣ ਕੀਤਾ ਗਿਆ ਸਾਧ ਸੰਗਤ 'ਤੇ। ਹੁਣ ਪਹਿਲਾ ਜਥਾ ਜਦੋਂ ਆਇਆ, ਜਥਾ ਕਿਵੇਂ ਆਉਂਦੇ ਸਨ? ਵੱਖ-ਵੱਖ ਜ਼ਿਲ੍ਹਿਆਂ ਦੀ ਵਾਰੀ ਲੱਗੀ ਹੁੰਦੀ ਸੀ। ਅੱਜ ਗੁਰਦਾਸਪੁਰ ਜ਼ਿਲ੍ਹੇ ਦਾ ਜਥਾ ਜਾਏਗਾ, ਅੱਜ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦਾ ਜਾਏਗਾ। ਸਾਰੇ ਜ਼ਿਲ੍ਹਿਆਂ ਤੋਂ ਲਗਭਗ ਇੱਦਾਂ ਜਥੇ ਆਉਂਦੇ ਰਹੇ ਤੇ ਇਹ ਜਥੇ ਆਉਣ ਦਾ ਜਿਹੜਾ ਸਿਲਸਿਲਾ ਆ ਇਹ ਸਾਧ ਸੰਗਤ ਜੀ ਅੱਧ ਨਵੰਬਰ ਤੱਕ ਇੱਦਾਂ ਹੀ ਚੱਲਦਾ ਰਿਹਾ। ਲਗਭਗ 3 ਮਹੀਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇ 100 ਸਿੰਘਾਂ ਦੇ ਜਥੇ ਆਉਂਦੇ ਰਹੇ ਸਾਧ ਸੰਗਤ। ਜਦੋਂ ਇਹ ਜਥੇ ਆਉਂਦੇ ਸਨ, ਹੁਣ ਉਹ ਮੰਜ਼ਰ ਦੇਖੋ ਕਿੱਦਾਂ ਦਾ ਆ। ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੀਵਾਨ ਸੱਜਦੇ, ਤਕਰੀਰਾਂ ਹੁੰਦੀਆਂ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ। ਉੱਥੇ ਇੱਕ ਪ੍ਰਣ ਕੀਤਾ ਜਾਂਦਾ। ਪ੍ਰਣ ਇਹੋ ਹੀ ਹੈ ਕਿ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਬਿਨਾਂ ਕਿਸੇ ਹਿਲ ਹੁਜਤ ਤੋਂ ਅੱਗੋਂ ਕਿਸੇ ਤੇ ਵੀ ਕੋਈ ਹੱਥ ਨਹੀਂ ਉਠਾਇਆ ਜਾਵੇਗਾ, ਅੱਗੋਂ ਕਿਸੇ ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ ਤੇ ਬਿਲਕੁਲ ਸ਼ਾਂਤਮਈ ਰਹਿ ਕੇ ਗੁਰੂ ਕੇ ਬਾਗ ਪਹੁੰਚਿਆ ਜਾਵੇਗਾ। ਤੇ ਜਦੋਂ ਜਥਾ ਜਾਂਦਾ ਸੀ ਨਾ ਸਾਧ ਸੰਗਤ, ਤੇ ਹੁਣ ਉਹਨਾਂ ਦਾ ਉਹ ਰੂਪ ਕਿਵੇਂ ਦਾ ਆ? ਇਤਿਹਾਸ ਲਿਖਦਾ ਹੈ ਕਿ ਸਿਰਾਂ ਦੇ ਉੱਪਰ ਕਾਲੀਆਂ ਦਸਤਾਰਾਂ ਬੱਧੀਆਂ ਹੋਈਆਂ, ਸਿਰ ਦੇ ਉੱਪਰ ਕਾਲੀ ਦਸਤਾਰ ਬੱਧੀ ਹੋਈ, ਉਹਨਾਂ ਦੇ ਗਲਾਂ ਦੇ ਵਿੱਚ ਚਿੱਟੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਤੋਰਿਆ ਜਾਂਦਾ ਸੀ। ਸ੍ਰੀ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚੋਂ ਜਦੋਂ ਲੰਘਦੇ ਸਨ ਉਹ ਗੁਰਮੁਖ ਪਿਆਰੇ, ਸੜਕਾਂ ਦੇ ਦੋਵੇਂ ਪਾਸੇ ਸਾਧ ਸੰਗਤ ਜੀ ਸੰਗਤਾਂ ਹੱਥਾਂ ਦੇ ਵਿੱਚ ਫੁੱਲ ਲੈ ਕੇ ਖੜੀਆਂ ਹੁੰਦੀਆਂ ਸਨ ਤੇ ਉਹਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੀ। ਤੇ ਜਦੋਂ ਉਹ ਗੁਰਮੁਖ ਪਿਆਰੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਗੁਰੂ ਕੇ ਬਾਗ ਦੇ ਕੋਲ ਪਹੁੰਚਦੇ ਤਾਂ ਛੀਨਿਆਂ ਵਾਲੇ ਪੁਲ 'ਤੇ ਪੁਲਿਸ ਉਹਨਾਂ ਦਾ ਡਾਂਗਾਂ ਦੇ ਨਾਲ ਸਵਾਗਤ ਕਰਦੀ। ਉੱਥੇ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾਂਦਾ। ਤੇ ਫਿਰ ਉਹ ਇੱਥੇ ਹੀ ਬਸ ਨਹੀਂ, ਕੇਵਲ ਡਾਂਗਾਂ ਦੇ ਨਾਲ ਹੀ ਨਹੀਂ, ਇੱਥੋਂ ਤੱਕ ਵੀ ਲਿਖਿਆ ਮਿਲਦਾ ਉਹ ਡਾਂਗਾਂ ਵੀ ਜਿਹੜੀਆਂ ਸੁੰਮਾਂ ਵਾਲੀਆਂ ਡਾਂਗਾਂ ਜਿਨ੍ਹਾਂ ਦੇ ਥੱਲੇ ਲੋਹੇ ਦੀ ਜਿਹੜੀ ਪਰਤ ਚੜ੍ਹੀ ਹੁੰਦੀ ਹੈ, ਉਹ ਡਾਂਗਾਂ ਉਹਨਾਂ ਦੇ ਵਰਾਈਆਂ ਜਾਂਦੀਆਂ। ਇੱਥੋਂ ਤੱਕ ਲਿਖਤਾਂ ਦੇ ਵਿੱਚ ਮਿਲਦਾ ਆ ਕਿ ਜਿਹੜੇ ਡਾਂਗਾਂ ਖਾ ਕੇ ਜਿਹੜੇ ਬੇਹੋਸ਼ ਹੋਏ ਉਹਨਾਂ ਨੂੰ ਖੁੱਲ੍ਹੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਜਾਂਦਾ। ਫਿਰ ਸਾਧ ਸੰਗਤ ਉਹਨਾਂ ਦੇ ਉੱਪਰ ਘੋੜੇ ਦੌੜਾਏ ਜਾਂਦੇ।
ਉਹਨਾਂ ਨੂੰ ਘੋੜਿਆਂ ਦੇ ਥੱਲੇ ਕੁਚਲਿਆ ਜਾਂਦਾ। ਸਾਧ ਸੰਗਤ ਉਹਨਾਂ ਦੇ ਉੱਪਰ ਜਿਹੜੇ ਸ਼ਿਕਾਰੀ ਕੁੱਤੇ ਛੱਡੇ ਜਾਂਦੇ, ਉਹਨਾਂ ਦੇ ਬੇਹੋਸ਼ ਹੋਇਆਂ ਦੇ ਉੱਪਰ ਡਾਂਗਾਂ ਭਰਾਈਆਂ ਜਾਂਦੀਆਂ। ਇੰਨਾ ਜਿਹੜਾ ਤਸ਼ੱਦਦ ਉਹਨਾਂ ਗੁਰਮੁਖ ਪਿਆਰਿਆਂ ਦੇ ਉੱਪਰ ਕੀਤਾ ਜਾਂਦਾ। ਤੇ ਇਹ ਕੋਈ ਇੱਕ ਦੋ ਦਿਨ ਦੀ ਗਾਥਾ ਨਹੀਂ, ਲਗਭਗ 20-22 ਦਿਨ ਇਸ ਤਰੀਕੇ ਦੇ ਨਾਲ ਚੱਲਦਾ ਰਿਹਾ। ਇਤਿਹਾਸ ਦੀਆਂ ਲਿਖਤਾਂ ਦੇ ਅਨੁਸਾਰ 12 ਸਤੰਬਰ ਨੂੰ ਇੱਕ ਪਾਦਰੀ, ਈਸਾਈ ਪਾਦਰੀ, ਜਿਨ੍ਹਾਂ ਦਾ ਨਾਮ ਆਉਂਦਾ ਹੈ C.F. ਐਂਡਰਿਊਜ਼, ਉਹ ਉੱਥੇ ਆਏ। ਪਹਿਲਾਂ ਉਹਨਾਂ ਨੇ ਸਾਧ ਸੰਗਤ ਜੀ ਸ੍ਰੀ ਦਰਬਾਰ ਸਾਹਿਬ ਸਾਰਾ ਮੰਜ਼ਰ ਵੇਖਿਆ ਕਿ ਕਿਵੇਂ ਜਥਾ ਤੁਰਦਾ ਆ। ਫਿਰ ਗੁਰੂ ਕੇ ਬਾਗ ਆਏ ਤੇ ਜਿਹੜੀ ਉਹਨਾਂ ਨੇ ਰਿਪੋਰਟ ਅੱਗੇ ਗਵਰਨਰ ਨੂੰ ਦਿੱਤੀ, ਉਹਦੇ ਵਿੱਚ ਉਹ ਲਿਖਦੇ ਆ, ਕਹਿੰਦੇ ਮੈਂ ਜਦੋਂ ਉੱਥੇ ਗਿਆ ਗੁਰੂ ਕੇ ਬਾਗ, ਮੈਂ ਦੇਖਿਆ ਉੱਥੇ ਕਿ ਸਿੱਖ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਖਲੋਤੇ ਆ, ਹੱਥ ਉਹਨਾਂ ਨੇ ਜੋੜੇ ਆ, ਸਤਿਨਾਮ ਵਾਹਿਗੁਰੂ ਦਾ ਉਹ ਜਾਪ ਕਰ ਰਹੇ ਨੇ। ਕਹਿੰਦੇ ਜਦੋਂ ਮੈਂ ਵੇਖਿਆ ਨਾ ਕਿ ਬੜੇ ਸ਼ਾਂਤ ਨੇ, ਇੱਥੇ ਕੋਈ ਹਫੜਾ ਦਫੜੀ ਨਹੀਂ ਆ, ਤੇ ਕਹਿੰਦੇ ਮੇਰੇ ਮਨ ਦੇ ਵਿੱਚ ਆਇਆ ਕਿ ਸ਼ਾਇਦ ਮਾਰ ਕੁਟਾਈ ਜਿਹੜੀ ਉਹ ਨਹੀਂ ਅੱਜ ਚੱਲ ਰਹੀ, ਸ਼ਾਇਦ ਅੱਜ ਲਾਠੀ ਚਾਰਜ ਨਹੀਂ ਹੋ ਰਿਹਾ, ਅੱਜ ਇਹਨਾਂ ਦੇ ਉੱਪਰ ਡਾਂਗਾਂ ਨਹੀਂ ਭਰਾਈਆਂ ਜਾ ਰਹੀਆਂ। ਪਰ ਕਹਿੰਦੇ ਮੈਨੂੰ ਕਿਸੇ ਨੇ ਦੱਸਿਆ ਵੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਇਹਨਾਂ ਦੇ ਉੱਪਰ ਡਾਂਗਾਂ ਭਰਾਈਆਂ ਜਾ ਰਹੀਆਂ ਨੇ। ਕਹਿੰਦੇ ਮੈਂ ਉੱਥੇ ਜਾ ਕੇ ਜਦੋਂ ਵੇਖਿਆ, ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੈਂ ਬੜਾ ਹੈਰਾਨ ਹੋਇਆ ਉੱਥੇ ਦੇਖ ਕੇ ਕਿ ਕਿੰਨਾ ਇਹਨਾਂ ਦੇ ਅੰਦਰ ਸਬਰ ਹੈ, ਕਿੰਨੀ ਸਹਿਣਸ਼ੀਲਤਾ ਹੈ ਇਹਨਾਂ ਦੇ ਅੰਦਰ। ਕਹਿੰਦੇ ਮੈਂ ਕੀ ਦੇਖਦਾ ਆ, 4 ਸਿੰਘ ਉੱਥੇ ਖਲੋਤੇ ਹਨ, 1 ਦਰਜਨ ਅੱਗੇ ਪੁਲਿਸ ਵਾਲੇ ਹਨ। ਹੁਣ ਜਿਹੜੇ ਉਹ 4 ਸਿੰਘ ਨੇ, ਉਹਨਾਂ ਦੇ ਵਿੱਚੋਂ 4ਵੇਂ ਲਾਈਨ ਦੇ ਵਿੱਚ ਖਲੋਤੇ ਨੇ, ਤੇ ਜਿਹੜਾ ਸਭ ਤੋਂ ਅੱਗੇ ਸਿੰਘ ਹੈ 4ਵੇਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਜਿਹੜਾ ਸਭ ਤੋਂ ਅੱਗੇ ਸਿੰਘ ਹੈ, ਹੱਥ ਜੋੜੇ ਨੇ ਉਹਨੇ, ਤੇ 2 ਕਦਮ ਅੱਗੇ ਪੁੱਟਦਾ ਆ, ਉਹਦੇ ਤੇ ਡਾਂਗਾਂ ਭਰਾਈਆਂ ਜਾਂਦੀਆਂ ਨੇ, ਉਹਨੂੰ ਬੇਹੋਸ਼ ਕਰਕੇ ਸੁੱਟ ਦਿੱਤਾ ਜਾਂਦਾ ਆ। ਤੇ ਕਹਿੰਦੇ ਜਦੋਂ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ ਤੇ ਫਿਰ ਕੀ ਹੁੰਦਾ, ਜਿਹੜਾ ਪਿਛਲਾ ਸਿੰਘ ਆ ਉਹ 2 ਕਦਮ ਵਧਾ ਕੇ ਤੇ ਅੱਗੇ ਹੁੰਦਾ ਆ। ਮਾਰਨ ਵਾਸਤੇ ਨਹੀਂ, ਸਿਰਫ ਉਹਨਾਂ ਦੇ ਜ਼ਬਰ ਦਾ ਮੁਕਾਬਲਾ ਆਪਣੇ ਸਬਰ ਦੇ ਨਾਲ ਕਰਨ ਵਾਸਤੇ। ਤਾਂ ਹੀ ਕਰਕੇ ਸਾਧ ਸੰਗਤ ਜੀ ਇਹ ਵੀ ਜ਼ਿਕਰ ਆਉਂਦਾ ਹੈ ਕਿ ਜਲਿਆਂਵਾਲੇ ਬਾਗ ਤੇ ਨਾ, ਜਲਿਆਂਵਾਲੇ ਬਾਗ ਦੇ ਸਾਹਮਣੇ ਇੱਕ ਇਕੱਠ ਹੋਇਆ ਸੀ ਗੁਰੂ ਕਾ ਬਾਗ ਮੋਰਚੇ ਦੇ ਸੰਬੰਧ ਵਿੱਚ। ਤੇ ਉਸ ਇਕੱਠ ਦੇ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਜਿਹੜੇ ਵਕੀਲ ਵੀ ਸਨ, ਜਿਨ੍ਹਾਂ ਨੇ ਕੋਰਟ ਦੇ ਵਿੱਚ ਵੀ ਗੁਰੂ ਕੇ ਬਾਗ ਮੋਰਚੇ ਦੇ ਸੰਬੰਧ ਵਿੱਚ ਉਹ ਕਈ ਵਾਰ ਅਪੀਅਰ ਹੋਏ ਸਨ। ਉਹਨਾਂ ਨੇ ਸਾਧ ਸੰਗਤ ਇੱਕ ਗੱਲ ਲਿਖੀ ਸੀ। ਕਹਿੰਦੇ ਕਿ ਉਸ ਤਕਰੀਰ ਦੇ ਵਿੱਚ, ਆਪਣੀ ਦੇ ਵਿੱਚ, ਉਹਨਾਂ ਨੇ ਉਸ ਥਾਂ 'ਤੇ ਇਕੱਠ ਦੇ ਵਿੱਚ ਇੱਕ ਗੱਲ ਕਹੀ। ਕਹਿੰਦੇ ਕਿ ਮੈਂ ਸਬਰ ਅਤੇ ਸਹਿਣਸ਼ੀਲਤਾ ਦਾ ਇਹਦੇ ਤੋਂ ਵੱਡੀ ਮਿਸਾਲ ਹੋਰ ਮੈਂ ਕਿਤੇ ਨਹੀਂ ਵੇਖੀ। ਮੈਂ ਆਪਣੀ ਜ਼ਿੰਦਗੀ ਦੇ ਅੰਦਰ ਇੰਨਾ ਸਬਰ, ਇੰਨਾ ਸੰਤੋਖ, ਇੰਨੀ ਸਹਿਣਸ਼ੀਲਤਾ ਹੋਰ ਕਿਤੇ ਨਹੀਂ ਵੇਖੀ। ਉਹਨਾਂ ਨੇ ਜਿਹੜੇ ਬਚਨ ਕਹੇ, ਕਹਿੰਦੇ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ, ਸਿੱਖਾਂ ਦੇ ਕੋਲੋਂ ਇਹ ਸਬਰ ਤੇ ਸਹਿਣਸ਼ੀਲਤਾ ਸਿੱਖਣੀ ਚਾਹੀਦੀ ਹੈ। ਇਹ ਇੱਕ ਹਿੰਦੂ ਦੇ ਬਚਨ ਨੇ ਸਾਧ ਸੰਗਤ। ਹੁਣ ਜਿਹੜੇ ਉਹ ਪਾਦਰੀ ਨੇ C.F. ਐਂਡਰਿਊਜ਼, ਉਹ ਕੀ ਕਹਿ ਰਹੇ ਨੇ, ਕਹਿੰਦੇ ਮੈਂ ਦੇਖਿਆ ਕਿ 4 ਜਣੇ ਖੜੇ ਨੇ, ਅੱਗੇ ਡਾਂਗਾਂ ਭਰਾਈਆਂ ਜਾ ਰਹੀਆਂ ਨੇ, ਪਰ ਉਹਨਾਂ ਦੇ ਵਿੱਚ ਰੱਤੀ ਭਰ ਵੀ ਕੋਈ ਡਰ ਨਹੀਂ ਹੈ, ਰੱਤੀ ਭਰ ਵੀ ਕੋਈ ਗੁੱਸਾ ਨਹੀਂ ਹੈ। ਜੋ ਉਹਨਾਂ ਨੂੰ ਹੁਕਮ ਹੋਇਆ ਹੈ ਪਿੱਛੋਂ ਖਾਲਸੇ ਦਾ, ਜੋ ਪ੍ਰਣ ਉਹ ਕਰਕੇ ਆਏ ਨੇ, ਉਸ ਪ੍ਰਣ ਨੂੰ ਉਹ ਨਿਭਾ ਰਹੇ ਨੇ। ਤੇ ਉਹ ਪ੍ਰਣ ਕੀ ਹੈ ਕਿ ਸ਼ਾਂਤਮਈ ਰਹਿ ਕੇ ਅਕਾਲ ਪੁਰਖ ਨੂੰ ਯਾਦ ਕਰਦਿਆਂ ਹੋਇਆਂ ਹਰ ਇੱਕ ਤਸ਼ੱਦਦ ਨੂੰ ਆਪਣੇ ਪਿੰਡੇ 'ਤੇ ਸਹਿਆ ਜਾਵੇਗਾ, ਪਰ ਅੱਗੋਂ ਨਾ ਸੀ ਕੀਤੀ ਜਾਵੇਗੀ ਤੇ ਨਾ ਅੱਗੋਂ ਕਿਸੇ 'ਤੇ ਹੱਥ ਚੁੱਕਿਆ ਜਾਵੇਗਾ। ਤੇ ਉਹਨਾਂ ਨੇ ਜਿਹੜੀ ਇੱਕ ਹੋਰ ਗੱਲ ਕਹੀ, ਬੜੀ ਕਮਾਲ ਦੀ ਗੱਲ ਹੈ। ਕਹਿੰਦੇ ਸਾਡੇ ਧਰਮ ਦੇ ਵਿੱਚ ਤਾਂ ਇੱਕ ਈਸਾ ਸੂਲੀ 'ਤੇ ਚੜ੍ਹੇ ਨੇ, ਮੈਂ 100 ਈਸਾ ਦੇ ਦਰਸ਼ਨ ਗੁਰੂ ਕੇ ਬਾਗ ਦੇ ਵਿੱਚ ਕੀਤੇ ਹਨ। ਉਸ ਸਮੇਂ ਦੀ ਸਾਧ ਸੰਗਤ ਇੱਕ ਅਮਰੀਕੀ ਫਿਲਮਕਾਰ ਹੈ, ਉਹਨਾਂ ਨੇ ਫਿਲਮ ਵੀ ਬਣਾਈ ਹੈ, ਕੈਮਰਿਆਂ ਦੇ ਵਿੱਚ ਸਾਰਾ ਕੁਝ ਰਿਕਾਰਡ ਹੋਇਆ ਹੈ। ਤੁਸੀਂ YouTube ਦੇ ਉੱਪਰ ਉਹ ਸਰਚ ਕਰਕੇ ਦੇਖ ਵੀ ਸਕਦੇ ਹੋ। ਕੈਪਟਨ ਵਰਗੀਜ਼ ਉਹਨਾਂ ਦਾ ਨਾਮ ਸੀ ਸਾਧ ਸੰਗਤ ਜੀ। ਉਹਨਾਂ ਨੇ ਇਹ ਸਾਰੀ ਫਿਲਮਗ੍ਰਾਫੀ ਕੀਤੀ ਹੈ। 1.5-2 ਮਿੰਟ ਦੀ ਉਹ ਬਲੈਕ ਐਂਡ ਵਾਈਟ ਫਿਲਮ ਜਿਹੜੀ ਆ ਉਹ ਤੁਹਾਨੂੰ YouTube ਦੇ ਉੱਪਰ ਮਿਲ ਜਾਵੇਗੀ, ਜਿਹਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਡਾਂਗਾਂ ਭਰਾਈਆਂ ਜਾਂਦੀਆਂ ਸੀ, ਤਸ਼ੱਦਦ ਕੀਤਾ ਜਾਂਦਾ ਸੀ ਤੇ ਬੇਹੋਸ਼ ਕਰਕੇ ਸੁੱਟ ਦਿੱਤਾ ਜਾਂਦਾ ਸੀ। ਲਗਾਤਾਰ 3 ਮਹੀਨੇ ਇੱਦਾਂ ਚੱਲਿਆ ਸਾਧ ਸੰਗਤ। 100 ਸਿੰਘਾਂ ਦਾ ਜਥਾ ਆਉਣਾ, ਉਹਨਾਂ ਦੇ ਉੱਪਰ ਤਸ਼ੱਦਦ ਹੋਣਾ, ਬੇਹੋਸ਼ ਉਹਨਾਂ ਨੂੰ ਕਰਕੇ ਸੁੱਟ ਦੇਣਾ, ਕਈ ਬਹੁਤ ਜ਼ਿਆਦਾ ਜ਼ਖਮੀ ਹੋ ਜਾਣੇ, ਕਈਆਂ ਦੇ
ਜਦੋਂ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਜਾਂ ਉਹਨਾਂ ਦਾ ਇਲਾਜ ਹੋਇਆ ਤੇ ਜਦੋਂ ਗਿਣਤੀ ਕੀਤੀ ਤੇ 100 ਤੋਂ ਵੱਧ ਜ਼ਖਮ ਉਹਨਾਂ ਦੇ ਸਰੀਰਾਂ ਦੇ ਉੱਪਰ ਹੁੰਦੇ ਸਨ। ਤੇ ਸਾਧ ਸੰਗਤ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਤਸ਼ੱਦਦ ਉਹਨਾਂ ਵੱਲੋਂ ਕੀਤਾ ਜਾਂਦਾ ਅੰਗਰੇਜ਼ ਪੁਲਿਸ ਵੱਲੋਂ। ਸਮਾਂ ਜਦੋਂ ਲੰਘਦਾ ਗਿਆ, ਹੁਣ ਅੰਗਰੇਜ਼ ਸਰਕਾਰ ਵੀ ਜਿਹੜੀ ਆ ਉਹ ਬੜੀ ਕਸੂਤੀ ਫਸ ਗਈ ਸੀ। ਅਸਲ ਦੇ ਵਿੱਚ ਮਸਲਾ ਉਹਨਾਂ ਦਾ ਹੈ ਨਹੀਂ ਸੀ, ਮਸਲਾ ਸੀ ਕਿ ਮਹੰਤ ਉੱਥੇ ਜੋ ਸੇਵਾ ਨਿਭਾ ਰਿਹਾ ਸੀ ਉਹ ਸੇਵਾ ਛਡਾਈ ਗਈ ਸੀ। ਪਰ ਅੰਗਰੇਜ਼ ਸਰਕਾਰ ਨੇ ਲੱਤ ਵਿੱਚ ਕਿਉਂ ਆਪਣੀ ਅੜਾਈ? ਕਿਉਂਕਿ ਅੰਗਰੇਜ਼ ਸਰਕਾਰ ਨੂੰ ਇਹ ਸੀ ਕਿ ਜਿਹੜੀ ਗੁਰਦੁਆਰਾ ਸੁਧਾਰ ਲਹਿਰ, ਜਿਹੜੇ ਅਕਾਲੀ ਮੋਰਚੇ ਲਗਾਏ ਜਾ ਰਹੇ ਨੇ, ਜੇ ਇਹਨਾਂ ਨੂੰ ਨਾ ਰੋਕਿਆ ਗਿਆ, ਇਹ ਗੁਰਦੁਆਰਾ ਸੁਧਾਰ ਲਹਿਰ ਕਿਤੇ ਆਜ਼ਾਦੀ ਦੀ ਲਹਿਰ ਨਾ ਬਣ ਜਾਵੇ, ਆਹ ਖਤਰਾ ਸੀ ਉਹਨਾਂ ਨੂੰ। ਉਹਨਾਂ ਨੂੰ ਇਹ ਸੀ ਕਿ ਅੱਜ ਇਹ ਗੁਰਦੁਆਰੇ ਆਜ਼ਾਦ ਕਰਵਾ ਰਹੇ ਆ ਤੇ ਕੱਲ੍ਹ ਨੂੰ ਇਹ ਦੇਸ਼ ਵੀ ਆਜ਼ਾਦ ਕਰਵਾਉਣ ਵੱਲ ਨੂੰ ਤੁਰ ਪੈਣਗੇ, ਸਾਨੂੰ ਇੱਥੋਂ ਕੱਢ ਦੇਣਗੇ। ਅੱਜ ਗੁਰਦੁਆਰਿਆਂ 'ਚੋਂ ਮਹੰਤਾਂ ਨੂੰ ਕੱਢ ਰਹੇ ਆ, ਇਸ ਵਾਸਤੇ ਇਹਨਾਂ ਨੂੰ ਰੋਕਿਆ ਜਾਵੇ। ਸਾਧ ਸੰਗਤ, ਅੰਗਰੇਜ਼ ਸਰਕਾਰ ਨੇ ਉੱਥੇ ਲੱਤ ਤਾਂ ਅੜਾ ਲਈ, ਪਰ ਹੁਣ ਬੜੀ ਕਸੂਤੀ ਫਸ ਗਈ। ਜਿੱਦਾਂ ਮੋਦੀ ਸਰਕਾਰ ਫਸੀ ਸੀ, ਸੋਚਿਆ ਸੀ ਵੀ ਕੋਈ ਗੱਲ ਨਹੀਂ, ਆਉਣਗੇ ਦਿੱਲੀ, ਕਿੰਨਾ ਕੁ ਚਿਰ ਬਹਿਣਗੇ। ਉਹੀ ਹਾਲਤ ਜਿਹੜੀ ਉਸ ਸਮੇਂ ਅੰਗਰੇਜ਼ ਸਰਕਾਰ ਦੀ ਸੀ। ਹੁਣ ਸਾਧ ਸੰਗਤ ਜੀ, ਇਤਿਹਾਸ ਦੀਆਂ ਲਿਖਤਾਂ ਦੇ ਅਨੁਸਾਰ ਅੱਧ ਸਤੰਬਰ ਤੱਕ ਡਾਂਗਾਂ ਭਰਾਈਆਂ ਜਾਂਦੀਆਂ ਰਹੀਆਂ। ਉਹਦੇ ਤੋਂ ਬਾਅਦ ਵਿੱਚ ਗਵਰਨਰ ਦਾ ਆਦੇਸ਼ ਹੋਇਆ ਤੇ ਉਹ ਲਾਠੀ ਚਾਰਜ ਕਰਨਾ ਤਾਂ ਬੰਦ ਕਰ ਦਿੱਤਾ, ਪਰ ਗ੍ਰਿਫਤਾਰੀਆਂ ਉੱਦਾਂ ਹੀ ਜਾਰੀ ਰਹੀਆਂ। ਤੇ ਗ੍ਰਿਫਤਾਰ ਕਰ ਕਰਕੇ ਇੱਥੋਂ ਦੀਆਂ ਜੇਲ੍ਹਾਂ ਦੇ ਵਿੱਚ ਥਾਂ ਨਾ ਰਹੀ। ਤੇ ਜਿਹੜਾ ਇਤਿਹਾਸ ਆਪ ਜੀ ਨੂੰ ਭਾਈ ਸਾਹਿਬ ਦੱਸ ਕੇ ਗਏ ਵੀ ਰੇਲਾਂ ਭਰ ਭਰ ਕੇ ਅਟਕ ਵੱਲ ਨੂੰ ਕੈਦੀਆਂ ਨੂੰ ਭੇਜਿਆ ਗਿਆ। ਉਹਨਾਂ ਦੇ ਵਿੱਚ ਸਾਬਕਾ ਫੌਜੀ ਵੀ, ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਵੱਲੋਂ ਹੀ ਵਿਸ਼ਵ ਜੰਗਾਂ ਦੇ ਵਿੱਚ ਸਾਧ ਸੰਗਤ ਬਹਾਦਰੀ ਦੇ ਜੌਹਰ ਵਿਖਾਏ, ਉਹਨਾਂ ਨੂੰ ਬਹਾਦਰੀ ਦਾ ਇਵਜ਼ ਅੰਗਰੇਜ਼ਾਂ ਵੱਲੋਂ ਇਹ ਦਿੱਤਾ ਗਿਆ ਕਿ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਉਹਨਾਂ ਸਾਬਕਾ ਸੈਨਿਕਾਂ ਦੇ ਉੱਪਰ ਵੀ, ਸਾਧ ਸੰਗਤ ਪੈਨਸ਼ਨਰਾਂ ਦੇ ਉੱਪਰ ਵੀ ਡਾਂਗਾਂ ਭਰਾਈਆਂ ਗਈਆਂ, ਜਿਨ੍ਹਾਂ ਨੇ ਅੰਗਰੇਜ਼ ਫੌਜ ਦੀ ਖਿਦਮਤ ਕੀਤੀ ਸੀ। ਸਾਧ ਸੰਗਤ, ਨਵੰਬਰ ਦਾ ਮਹੀਨਾ ਆਇਆ ਤੇ ਹੁਣ ਕਸੂਤੀ ਫਸੀ ਹੋਈ ਅੰਗਰੇਜ਼ ਸਰਕਾਰ ਇੱਥੋਂ ਨਿਕਲਣਾ ਚਾਹੁੰਦੀ ਸੀ। ਹੁਣ ਹਾਰ ਵੀ ਨਹੀਂ ਸੀ ਮੰਨਣਾ ਚਾਹੁੰਦੇ, ਹੋਰ ਜਾਰੀ ਵੀ ਨਹੀਂ ਸੀ ਰੱਖਣਾ ਚਾਹੁੰਦੇ। ਫਸੇ ਸਨ ਵੀ ਕਰੀਏ ਕੀ। ਸੋਚਿਆ ਸੀ ਵੀ 2-4 ਜਥੇ ਆਉਣਗੇ ਤੇ ਕੁੱਟਾਂਗੇ, ਮਾਰਾਂਗੇ, ਇੱਥੋਂ ਦੌੜ ਕੇ ਚਲੇ ਜਾਣਗੇ, ਡਰ ਕੇ ਛੱਡ ਭੱਜ ਜਾਣਗੇ। ਪਰ 3 ਮਹੀਨੇ ਹੋ ਗਏ ਤੇ ਸਿੱਖਾਂ ਦੇ ਜਥੇ ਨਿਰੰਤਰ ਹੀ ਉੱਥੋਂ ਆ ਰਹੇ ਨੇ, ਅਕਾਲ ਤਖਤ ਸਾਹਿਬ ਤੋਂ। ਤੇ ਹੁਣ ਫਸਿਆ ਹੋਇਆਂ ਨੇ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਤੇ ਵਿਚਲਾ ਰਾਹ ਕੀ ਲੱਭਿਆ? ਇੱਕ ਇੰਜੀਨੀਅਰ ਸਨ ਲਾਹੌਰ ਤੋਂ, ਸਰ ਗੰਗਾ ਰਾਮ, ਉਹਨਾਂ ਨੂੰ ਵਿੱਚ ਵਿਚੋਲਾ ਪਾਇਆ ਤੇ ਕੀ ਕੀਤਾ, ਜਿਹੜੀ ਉਹ ਜ਼ਮੀਨ ਸੀ 65 ਕਿੱਲੇ, ਉਹਦਾ ਪਟਾ ਲਿਖਵਾ ਦਿੱਤਾ ਸਰ ਗੰਗਾ ਰਾਮ ਨੂੰ। ਉਹਦਾ ਪਟਾ ਲਿਖਵਾ ਦਿੱਤਾ, ਭਾਵ ਉਹ ਠੇਕੇ ਤੇ ਲੀਜ਼ ਦੇ ਉੱਪਰ ਜਿਹੜੀ ਸਰ ਗੰਗਾ ਰਾਮ ਨੂੰ ਦਵਾ ਦਿੱਤੀ ਉਹ ਜ਼ਮੀਨ। ਤੇ ਬਾਅਦ ਵਿੱਚ ਸਰ ਗੰਗਾ ਰਾਮ ਦੇ ਕੋਲੋਂ ਇੱਕ ਲਿਖਤੀ ਐਫੀਡੇਵਿਟ ਆਪਣੇ ਕੋਲ ਲੈ ਲਿਆ, ਜਿਹਦੇ ਵਿੱਚ ਗੰਗਾ ਰਾਮ ਜੀ ਨੇ ਇਹ ਗੱਲ ਆਖੀ ਕਿ ਇਸ ਜ਼ਮੀਨ ਦੇ ਵਿੱਚੋਂ ਜੇ ਗੁਰੂ ਕਾ ਖਾਲਸਾ ਲੱਕੜਾਂ ਵੱਢਦਾ ਆ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜਦੋਂ ਉਹਨਾਂ ਨੇ ਇੱਦਾਂ ਲਿਖ ਕੇ ਦੇ ਦਿੱਤਾ, ਅੰਗਰੇਜ਼ ਪੁਲਿਸ ਉੱਥੋਂ ਚਲੇ ਗਈ ਤੇ ਗੁਰੂ ਕਾ ਬਾਗ ਦਾ ਮੋਰਚਾ ਇਸ ਤਰੀਕੇ ਦੇ ਨਾਲ ਫਤਿਹ ਹੋ ਗਿਆ। ਇਸ ਮੋਰਚੇ ਦੇ ਅੰਦਰ ਸਾਧ ਸੰਗਤ 5605 ਗ੍ਰਿਫਤਾਰੀਆਂ ਹੋਈਆਂ। ਇਹਦੇ ਤੋਂ ਕਿਤੇ ਵੱਡੀ ਗਿਣਤੀ ਦੇ ਵਿੱਚ ਗੁਰਸਿੱਖ ਪਿਆਰੇ ਉਸ ਮੋਰਚੇ ਵਿੱਚ ਗਏ ਨੇ, ਪਰ ਇੰਨੀਆਂ ਗ੍ਰਿਫਤਾਰੀਆਂ ਅੰਗਰੇਜ਼ ਸਰਕਾਰ ਨੇ ਕੀਤੀਆਂ, ਆਖਰ ਦੇ ਉੱਪਰ ਤੇ ਗ੍ਰਿਫਤਾਰ ਹੀ ਨਹੀਂ ਸੀ ਕਰਦੀ, ਛੱਡ ਦਿੰਦੇ ਹੁੰਦੇ ਸੀ। ਉਹ ਕਹਿ ਕੇ ਕਿਸੇ ਨੂੰ ਕਹਿ ਦੇਣਾ ਇਹ ਬਜ਼ੁਰਗ ਹੈ, ਕਿਸੇ ਨੂੰ ਕਹਿ ਦੇਣਾ ਇਹ ਛੋਟੀ ਉਮਰ ਦਾ, ਬਹਾਨਿਆਂ ਦੇ ਨਾਲ ਵੀ ਅਸੀਂ ਕਿੰਨਿਆਂ ਕੁ ਨੂੰ ਗ੍ਰਿਫਤਾਰ ਕਰੀ ਜਾਵਾਂਗੇ। ਇਹ ਤਾਂ ਪਿੱਛੋਂ ਆਉਣੋਂ ਹਟਦੇ ਹੀ ਨਹੀਂ ਹਨ। 9 ਸ਼ਹਾਦਤਾਂ ਇਤਿਹਾਸ ਲਿਖਦਾ ਹੋਈਆਂ, ਜਿਨ੍ਹਾਂ ਵਿੱਚੋਂ 2 ਸ਼ਹਾਦਤਾਂ ਜਿਨ੍ਹਾਂ ਦਾ ਇਤਿਹਾਸ ਆਪ ਜੀ ਨੂੰ ਭਾਈ ਸਾਹਿਬ ਜੀ ਦੱਸ ਕੇ ਗਏ ਨੇ। ਪਹਿਲੀ ਸ਼ਹਾਦਤ ਹੋਈ ਸੀ ਸਰਦਾਰ ਭਗਤ ਸਿੰਘ ਦੀ, ਜਿਨ੍ਹਾਂ ਦਾ ਸਰਦਾਰ ਭਾਗ ਸਿੰਘ, ਜਿਨ੍ਹਾਂ ਦਾ ਪਿੰਡ ਲਾਗੇ ਹੀ ਹੈ ਸਾਧ ਸੰਗਤ, ਉੱਥੇ ਤੇੜਾ। ਸਰਦਾਰ ਭਾਗ ਸਿੰਘ ਤੇ ਉਹਨਾਂ ਦੇ 2 ਪੁੱਤਰ ਸਰਦਾਰ ਤਾਰਾ ਸਿੰਘ, ਸਰਦਾਰ ਆਸਾ ਸਿੰਘ ਆਪਣੇ ਖੇਤਾਂ ਦੇ ਵਿੱਚ ਸਨ। ਉਹਨਾਂ ਦੇ ਉੱਪਰ ਜਾ ਕੇ ਖੇਤਾਂ ਦੇ ਵਿੱਚ ਤਸ਼ੱਦਦ ਕੀਤਾ ਗਿਆ, ਮਾਰ ਕੁਟਾਈ ਉਹਨਾਂ ਦੀ ਕੀਤੀ ਗਈ। ਸਭ ਤੋਂ ਪਹਿਲੇ ਸ਼ਹੀਦ ਹੋਏ ਸਰਦਾਰ ਭਾਗ ਸਿੰਘ। ਉਹਨਾਂ ਤੋਂ ਬਾਅਦ ਵਿੱਚ ਕੁਝ ਦਿਨ ਬਾਅਦ ਉਹਨਾਂ ਦੇ ਵੱਡੇ ਪੁੱਤਰ ਸਰਦਾਰ ਤਾਰਾ ਸਿੰਘ ਉਹ ਵੀ ਚੜ੍ਹਾਈ ਕਰ ਗਏ। ਤੇ ਕੁਝ ਜਿਹੜੇ ਗੁਰਸਿੱਖ ਪਿਆਰੇ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ, ਕੁਝ ਜੇਲ੍ਹਾਂ ਦੇ ਵਿੱਚ ਸ਼ਹੀਦ ਹੋ ਗਏ ਤੇ ਕੁਝ ਜਿਨ੍ਹਾਂ ਦੀ ਉੱਥੇ ਮਾਰ ਕਟਾਈ ਹੋਈ, ਸਾਧ ਸੰਗਤ ਤੋਂ ਕੁਝ ਦਿਨ ਬਾਅਦ ਸ਼ਹੀਦੀ ਜਾਮਾ ਪਾ ਗਏ। ਇਸ ਤਰੀਕੇ ਨਾਲ 9 ਸ਼ਹਾਦਤਾਂ ਹੋਈਆਂ। ਤੇ ਜਿਹੜੇ ਸਾਧ ਸੰਗਤ ਜੀ ਜੇਲ੍ਹਾਂ ਦੇ ਵਿੱਚ ਉਸ ਸਮੇਂ ਡੱਕੇ ਗਏ, ਉਹਨਾਂ ਨੂੰ ਬਾਅਦ ਵਿੱਚ ਸੰਨ 1923 ਦੇ ਵਿੱਚ ਮਾਰਚ ਦੇ ਵਿੱਚ ਅੰਗਰੇਜ਼ ਸਰਕਾਰ ਵੱਲੋਂ ਇਹ
ਮਤਾ ਪਾਇਆ ਗਿਆ ਕਿ ਜਿਹੜੇ ਉਸ ਸਮੇਂ ਗ੍ਰਿਫਤਾਰ ਕੀਤੇ ਗਏ ਨੇ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ, ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਹੋਵੇਗੀ। ਪਰ ਰਿਹਾਈ ਜਦੋਂ ਮਈ 1923 ਦੇ ਵਿੱਚ ਹੋਈ ਤੇ ਰਿਹਾਈ ਤੋਂ ਪਹਿਲਾਂ ਸਾਧ ਸੰਗਤ ਉਹਨਾਂ 'ਤੇ ਬਹੁਤ ਤਸ਼ੱਦਦ ਕੀਤਾ ਗਿਆ। ਕਹਿੰਦੇ ਅਟਕ ਤੋਂ ਜਦੋਂ ਟ੍ਰੇਨਾਂ ਭਰ ਕੇ ਅੰਮ੍ਰਿਤਸਰ ਆਈਆਂ ਸਨ ਉਹਨਾਂ ਦੀਆਂ, ਤੇ ਜਦੋਂ ਅੰਮ੍ਰਿਤਸਰ ਸਟੇਸ਼ਨ 'ਤੇ ਟ੍ਰੇਨ ਰੁਕੀ, ਉਹਦੇ ਵਿੱਚੋਂ ਉਹ ਜਿਹੜੇ ਗੁਰੂ ਕੇ ਬਾਗ ਮੋਰਚੇ ਵਾਲੇ ਕੈਦੀ ਜਦੋਂ ਬਾਹਰ ਨਿਕਲਦੇ ਸਨ ਤੇ ਉਹਨਾਂ ਦੇ ਕੋਲੋਂ ਆਪਣੀਆਂ ਲੱਤਾਂ 'ਤੇ ਖਲੋਤਾ ਤੱਕ ਨਹੀਂ ਸੀ ਜਾਂਦਾ। ਇੰਨਾ ਤਸ਼ੱਦਦ ਉਹਨਾਂ ਦੇ ਉੱਪਰ ਕੀਤਾ ਗਿਆ ਸਾਧ ਸੰਗਤ। ਤੇ ਇਹ ਉਹ ਤਸ਼ੱਦਦ ਦੀ ਜਿਹੜੀ ਗਾਥਾ ਆ ਗੁਰੂ ਕਾ ਬਾਗ ਮੋਰਚਾ, ਵਿਦਵਾਨਾਂ ਨੇ ਤੇ ਇਹ 3 ਮਹੀਨੇ ਦੇ ਮੋਰਚੇ ਦੀ ਇੱਕ ਇੱਕ ਦਿਨ ਦੀ ਸਾਧ ਸੰਗਤ ਜੀ ਡਿਟੇਲ ਲਿਖੀ ਹੋਈ ਆ ਕਿਤਾਬਾਂ ਦੇ ਵਿੱਚ, ਇੱਕ ਇੱਕ ਦਿਨ ਦੀ ਡਿਟੇਲ। ਤੇ ਇਹ ਜਿਹੜਾ ਤਸ਼ੱਦਦ ਉੱਥੇ ਹੋ ਰਿਹਾ ਸੀ ਨਾ, ਜਿਹੜੇ ਉਹ ਜਥੇ ਆ ਰਹੇ ਸਨ ਉਹਨਾਂ ਜਥਿਆਂ ਨੂੰ ਕਿਹਾ ਜਾਂਦਾ ਸੀ ਅਕਾਲੀ ਜਥੇ। ਉਸ ਸਮੇਂ ਜਿਹੜੇ ਇਹ ਮੋਰਚੇ ਸਨ ਇਹਨਾਂ ਨੂੰ ਅਕਾਲੀ ਮੋਰਚੇ, ਇਹਨਾਂ ਜਥਿਆਂ ਨੂੰ ਅਕਾਲੀ ਜਥੇ ਕਿਹਾ ਜਾਂਦਾ ਸੀ। ਤੇ ਜਿਹੜੇ ਇਹ ਸਿੱਖ ਕਾਲੀਆਂ ਪੱਗਾਂ ਬੰਨ੍ਹ ਕੇ ਆਉਂਦੇ ਸਨ ਮੋਰਚੇ ਵਿੱਚ, ਉਹਨਾਂ ਨੂੰ ਅਕਾਲੀ ਆਖਿਆ ਜਾਂਦਾ ਸੀ। ਤੇ ਉਸ ਸਮੇਂ ਲਾਹੌਰ ਤੋਂ ਉਰਦੂ ਦੀ ਇੱਕ ਅਖਬਾਰ ਛਪਦੀ ਸੀ ਬੰਦੇ ਮਾਤਰਮ, ਜਿਹਦੇ ਸੰਪਾਦਕ ਪੰਡਿਤ ਮੇਲਾ ਰਾਮ ਵਫਾ, ਉਹਨਾਂ ਨੇ ਸਾਧ ਸੰਗਤ ਇਸ ਅਕਾਲੀ ਮੋਰਚੇ ਗੁਰੂ ਕੇ ਬਾਗ ਮੋਰਚੇ ਦੇ ਅੰਦਰ ਉਸ ਸਮੇਂ ਦੇ ਉਹਨਾਂ ਗੁਰਮੁਖ ਪਿਆਰਿਆਂ ਦੀ ਬਹਾਦਰੀ ਨੂੰ ਵੇਖ ਕੇ, ਜ਼ੁਲਮ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਵਾਲੇ ਯੋਧਿਆਂ ਨੂੰ ਵੇਖ ਕੇ, ਉਹਨਾਂ ਨੇ ਉਸ ਅਖਬਾਰ ਦੇ ਵਿੱਚ ਕੁਝ ਸਤਰਾਂ ਲਿਖੀਆਂ ਸਨ। ਉਹ ਲਿਖਦੇ ਨੇ, तेरी कुर्बानियों की धूम है ज़माने में, बहादुर है अगर कोई तो वो तू अकाली है। कि ਇਹ ਅਕਾਲੀ ਤੂੰ ਇੰਨਾ ਬਹਾਦਰ ਹੈ ਕਿ ਤੇਰੀ ਬਹਾਦਰੀ ਦੀ ਧੂਮ ਜਿਹੜੀ ਆ ਉਹ ਪੂਰੇ ਜ਼ਮਾਨੇ ਦੇ ਵਿੱਚ ਫੈਲੀ ਹੋਈ ਹੈ। तेरी कुर्बानियों की धूम है ज़माने में, बहादुर है अगर कोई तो वो तू अकाली है। तारीफ़ के काबिल है तेरी हिम्मत व ज़ुरत के जद्दोजहद आज़ादी में तूने जान डाली है। बड़ी तारीफ़ के काबिल है तेरी हिम्मत व ज़ुरत, कि तेरी जिहड़ी हिम्मत है बहादरी है वो बड़ी तारीफ़ के काबिल है। जिहड़ी देश की आज़ादी की भी लहर चल रही है, इहदे विच तेरी बहादरी ने नवी जान डाली है। पुलिस की लाठियाँ सही सीना सिपर होकर, अपने सीनिਆਂ ਨੂੰ ਅੱਗੇ ਕਰਕੇ, ਆਪਣੀਆਂ ਛਾਤੀਆਂ ਨੂੰ ਅੱਗੇ ਕਰਕੇ तो पुलिस ਦੀਆਂ ਡਾਂਗਾਂ ਆਪਣੇ सीने ते खादियां ने। पुलिस की लाठियाँ सही सीना सिपर होकर, और लुत्फ की बात ये जब पर लब पर ना शिकायत ना गाली है। पुलिस ਦੀਆਂ ਡਾਂਗਾਂ ਤੇ ਆਪਣੇ ਸੀਨਿਆਂ ਤੇ ਖਾਧੀਆਂ ਨੇ, ਪਰ ਉਹਦੇ ਤੋਂ ਵੀ ਵੱਡੀ ਗੱਲ ਇਹ ਹੈ ਕਿ ਡਾਂਗਾਂ ਖਾਂਦਿਆਂ ਹੋਇਆਂ ਨਾ ਤੇ ਜ਼ੁਬਾਨ ਦੇ ਉੱਪਰ ਕੋਈ ਸ਼ਿਕਾਇਤ ਹੈ ਤੇ ਨਾ ਕੋਈ ਗਾਲ ਹੈ, ਭਾਵ ਕਿ ਨਾ ਕੋਈ ਕਿਸੇ ਦੇ ਵਾਸਤੇ ਮਾੜਾ ਲਫ਼ਜ਼ ਹੈ। ਫਿਰ ਇੱਕੋ ਹੀ ਚੀਜ਼ ਸਾਧ ਸੰਗਤ ਜ਼ੁਬਾਨ ਦੇ ਉੱਪਰ ਸੀ, ਉਹ ਕੀ ਸੀ? ਸਤਨਾਮ ਵਾਹਿਗੁਰੂ। ਡਾਂਗਾਂ ਵਰਦਿਆਂ ਵੀ ਇਹੋ ਹੀ ਉਚਾਰਦੇ ਸਨ, ਬੇਹੋਸ਼ ਹੋਏ ਹੋਸ਼ ਆਉਂਦੀ ਉਦੋਂ ਵੀ ਇਹੋ ਹੀ ਉਚਾਰਦੇ ਸਨ। ਇਹ ਉਹ ਸਾਡੇ ਵੱਡਿਆਂ ਵਡੇਰਿਆਂ ਦੀ ਗਾਥਾ ਆ। ਸਮੇਂ ਦੇ ਪਾਬੰਦ ਰਹਿੰਦਿਆਂ ਹੋਇਆਂ ਜਿੰਨੀ ਕੁ ਆਪ ਜੀ ਦੇ ਨਾਲ ਵਿਚਾਰ ਕੀਤੀ ਜਾ ਸਕਦੀ ਸੀ, ਜਿੰਨੇ ਕੁ ਇਤਿਹਾਸ ਦੇ ਉਹ ਦ੍ਰਿਸ਼ਟਾਂਤ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਸਕਦੇ ਸਨ, ਉਹ ਕਰਨ ਦਾ ਯਤਨ ਕੀਤਾ ਹੈ। ਇੰਨੀਆਂ ਕੁ ਬੇਨਤੀਆਂ ਆਪ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ, ਕਿਉਂਕਿ ਸਮਾਂ ਜਿਹੜਾ ਆ ਜੋ ਮਿਲਿਆ ਸੀ ਉਹਦੇ ਤੋਂ ਵੀ ਕੋਈ 2-4 ਮਿੰਟ ਜਿਹੜੇ ਆ ਉਹ ਉੱਪਰ ਹੋ ਗਏ ਆ। ਇਸ ਵਾਸਤੇ ਮੈਂ ਆਪ ਜੀ ਦੇ ਕੋਲੋਂ ਖਿਮਾ ਵੀ ਮੰਗਦਾ ਹਾਂ। ਫਿਰ ਬੇਨਤੀ ਹੈ, ਕੱਲ੍ਹ ਪਰਸੋਂ ਚੌਥ 6, 7, 8 ਤਰੀਕ ਨੂੰ ਸਮਾਗਮ ਹਨ ਗੁਰੂ ਕੇ ਬਾਗ। ਸਾਡੇ ਤੋਂ ਕੋਈ ਬਹੁਤੀ ਦੂਰ ਨਹੀਂ ਹੈ, ਇਸ ਵਾਸਤੇ ਆਪ ਜੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਦਾ ਯਤਨ ਕਰਿਓ। ਖਾਸ ਤੌਰ 'ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ। 7 ਤਰੀਕ ਨੂੰ ਵੀ ਸਮਾਗਮ ਹਨ, ਅੰਮ੍ਰਿਤ ਸੰਚਾਰ ਵੀ ਹੈ, ਦੀਵਾਨ ਵੀ ਸੱਜਣੇ ਹਨ, ਐਤਵਾਰ ਦਾ ਦਿਨ ਹੈ। ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ, ਕਿਉਂਕਿ ਉੱਥੇ ਤਸਵੀਰਾਂ ਦੇ ਰੂਪ ਦੇ ਵਿੱਚ ਨਾ ਉੱਥੇ ਅਜਾਇਬ ਘਰ ਬਣੇਗਾ। ਉੱਥੇ ਇਹ ਤਸਵੀਰਾਂ ਦੇ ਰੂਪ ਦੇ ਵਿੱਚ ਸਾਰਾ ਇਤਿਹਾਸ ਉੱਥੇ ਦਿਖਾਇਆ ਜਾਵੇਗਾ। ਇਸ ਵਾਸਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ, ਤਾਂ ਕਿ ਪਤਾ ਲੱਗੇ ਕਿ ਅੱਜ ਤੋਂ 100 ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਉਹ ਸਬਰ, ਉਹ ਸਹਿਣਸ਼ੀਲਤਾ ਵਿਖਾਈ, ਜਿਹਦੀ ਦੁਨੀਆ ਦੇ ਵਿੱਚ ਹੋਰ ਕੋਈ ਵੀ ਮਿਸਾਲ ਨਹੀਂ ਮਿਲਦੀ। ਇਹ ਗੁਰੂ ਕੇ ਬਾਗ ਮੋਰਚੇ ਦਾ ਸੰਖੇਪ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਬੇਅੰਤ ਹੀ ਭੁੱਲਾਂ ਚੁੱਕਾਂ ਦੀ ਆਪ ਸਾਰੀਆਂ ਸੰਗਤਾਂ ਨੇ ਖਿਮਾ ਬਖਸ਼ਣੀ। ਆਪ ਸਾਰੀਆਂ ਹੀ ਸੰਗਤਾਂ ਦਾ, ਇੱਥੋਂ ਦੇ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਭਾਈ ਮਨਿੰਦਰ ਸਿੰਘ ਜੀ, ਉਹਨਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ,
ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਨੂੰ ਸਾਰਿਆਂ ਨੂੰ ਚਰਨਾਂ ਅੰਦਰ ਸੰਗਤ ਦੇ ਰੂਪ ਦੇ ਵਿੱਚ ਜੁੜ ਬੈਠਣ ਦਾ ਇਹ ਸੁਭਾਗੜਾ ਸਮਾਂ ਬਖਸ਼ਿਸ਼ ਹੋਇਆ ਹੈ। ਆਓ ਸਾਰੀ ਸੰਗਤ ਭੁੱਲਾਂ ਚੁੱਕਾਂ ਦੀ ਖਿਮਾ ਅਤੇ ਅੱਗੇ ਵਾਸਤੇ ਅਸੀਸ ਬਖਸ਼ਦਿਆਂ ਹੋਇਆਂ ਪਿਆਰ ਅਦਬ ਸਹਿਤ ਇੱਕ ਵਾਰ ਫਿਰ ਗੁਰੂ ਬਖਸ਼ਿਸ਼ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।